सत श्री अकाल जी सारिਆਂ ਨੂੰ। ਤਾਂ SVL ਇੰਸਟੀਚਿਊਟ ਦੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤਾਂ ਕਰੰਟ ਅਫੇਅਰ ਦੀ ਆਪਾਂ ਨੇ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਲਾਸਟ 6 ਮੰਥ ਦੇ ਕਰੰਟ ਅਫੇਅਰ ਆਪਾਂ ਰਿਵਾਈਜ਼ ਕਰ ਰਹੇ ਹਾਂ। ਤਾਂ ਉਹਦਾ ਇਹ ਪਾਰਟ 2 ਹੈ। ਜੇ ਤੁਸੀਂ ਹਜੇ ਤੱਕ ਪਾਰਟ 1 ਨਹੀਂ ਦੇਖਿਆ ਤਾਂ ਪਹਿਲਾਂ ਉਹ ਦੇਖੋ, ਬਹੁਤ ਹੈਲਪਫੁਲ ਕਲਾਸ ਹੋਊਗੀ। ਫਿਰ ਪਾਰਟ 2, ਫਿਰ ਪਾਰਟ 3 ਐਂਡ ਦੈਨ ਪਾਰਟ 4। ਠੀਕ ਹੈ। ਤਾਂ ਸਭ ਤੋਂ ਜਿਹੜੀ ਪਹਿਲੀ ਨਿਊਜ਼ ਹੈ ਆਪਣੇ ਕੋਲੇ, ਨੈਸ਼ਨਲ ਸਿਕਲ ਸੈੱਲ ਐਨੀਮੀਆ ਐਲੀਮੀਨੇਸ਼ਨ ਮਿਸ਼ਨ। ਕਾਹਦੇ ਰਿਲੇਟਡ ਇਹ ਨਿਊਜ਼ ਹੈ? ਤਾਂ ਆਪਣੇ ਕੋਲ ਨਾ ਜਿਹੜਾ ਐਨੀਮੀਆ ਇਹ ਇੱਕ ਬਿਮਾਰੀ ਦਾ ਨਾਮ ਹੈ ਜਿਹੜੀ ਆਇਰਨ ਦੀ ਕਮੀ ਨਾਲ ਹੁੰਦੀ ਹੈ ਜ਼ਿਆਦਾਤਰ। ਤਾਂ ਇਹ ਜਿਹੜਾ ਮਿਸ਼ਨ ਹੈ ਇਹ PM ਮੋਦੀ ਜੀ ਦੁਆਰਾ ਲਾਂਚ ਕੀਤਾ ਗਿਆ। ਪੁੱਛ ਲੈਣਗੇ ਕਿਹਨੇ ਲਾਂਚ ਕੀਤਾ, ਕਿੱਥੇ ਲਾਂਚ ਕੀਤਾ? ਮੱਧ ਪ੍ਰਦੇਸ਼ ਦੇ ਵਿੱਚ। ਠੀਕ ਹੈ। ਤਾਂ ਕਿਹੜੀ ਸਟੇਟ ਦੇ ਵਿੱਚ ਲਾਂਚ ਕੀਤਾ? ਮੱਧ ਪ੍ਰਦੇਸ਼ ਦੇ ਵਿੱਚ। ਇਹ ਮਿਸ਼ਨ ਦੇ ਤਹਿਤ ਇੰਡੀਆ ਦਾ ਕੀ ਏਮ ਹੈ ਵੀ ਆਪਾਂ ਨੇ ਜਿਹੜਾ ਸਿਕਲ ਸੈੱਲ ਐਨੀਮੀਆ ਆ ਰੋਗ ਹੈ ਇਹਨੂੰ 2047 ਤੱਕ ਇੰਡੀਆ ਦੇ ਵਿੱਚੋਂ ਐਲੀਮੀਨੇਟ ਕਰ ਦੇਣਾ। ਤਾਂ ਯਾਦ ਰੱਖਿਓ, ਇਦੋਂ ਪਹਿਲਾਂ ਆਪਾਂ ਨੇ TB ਦਾ ਪੜ੍ਹਿਆ ਸੀਗਾ ਵੀ TB ਨੂੰ ਇੰਡੀਆ ਦੇ ਵਿੱਚੋਂ ਕਦੋਂ ਤੱਕ ਐਲੀਮੀਨੇਟ ਕਰਨਾ ਹੈ। ਯਾਦ ਰੱਖਿਓ 2025 ਤੱਕ। ਅਤੇ ਵਰਲਡ ਦਾ ਟਾਰਗੇਟ ਕੀ ਸੀ? TB ਨੂੰ ਐਲੀਮੀਨੇਟ ਕਰਨਾ 2030 ਤੱਕ। ਇੰਡੀਆ ਟਾਰਗੇਟ ਸੀ 2025 ਤੱਕ। ਉਵੇਂ ਸਿਕਲ ਸੈੱਲ ਐਨੀਮੀਆ ਦਾ ਆਪਣਾ ਜਿਹੜਾ ਇੰਡੀਆ ਦਾ ਟਾਰਗੇਟ ਹੈ ਵੀ 2047 ਤੱਕ ਆਪਾਂ ਨੇ ਇਹਨੂੰ ਐਲੀਮੀਨੇਟ ਕਰ ਦੇਣਾ। ਅਤੇ ਇਹ 278 ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਇੰਪਲੀਮੈਂਟ ਕੀਤਾ ਗਿਆ ਅਤੇ 17 ਸਟੇਟਸ ਦੇ ਵਿੱਚ। ਠੀਕ ਹੈ। ਤਾਂ ਕਈ ਵਾਰ ਆਪਾਂ ਨੂੰ ਇਹ ਪੁੱਛਦਾ ਵੀ ਕਿੰਨੀਆਂ ਡਿਸਟ੍ਰਿਕਟ ਆ, ਕਿੰਨੀਆਂ ਸਟੇਟ ਦੇ ਵਿੱਚ। ਤਾਂ ਮੇਨ ਜਿਹੜੀਆਂ ਗੱਲਾਂ ਇਹਦੇ ਬਾਰੇ ਯਾਦ ਰੱਖਣੀਆਂ ਨੇ ਰਿਪੀਟ ਕਰਦਾ। ਨੈਸ਼ਨਲ ਸਿਕਲ ਸੈੱਲ ਐਨੀਮੀਆ ਮਿਸ਼ਨ ਪਹਿਲਾਂ ਤਾਂ ਕਿੱਥੇ ਲਾਂਚ ਕੀਤਾ ਗਿਆ? ਮੱਧ ਪ੍ਰਦੇਸ਼। ਕਿਹਦੇ ਦੁਆਰਾ ਲਾਂਚ ਕੀਤਾ ਗਿਆ? PM ਮੋਦੀ ਜੀ ਦੁਆਰਾ। ਏਮ ਕੀ ਹੈ? ਐਲੀਮੀਨੇਟ ਕਦੋਂ ਤੱਕ ਕਰਨਾ? 2047 ਤੱਕ। ਕਿੰਨੀਆਂ ਡਿਸਟ੍ਰਿਕਟ? 278 ਡਿਸਟ੍ਰਿਕਟ। ਕਿੰਨੀਆਂ ਸਟੇਟ? 17 ਸਟੇਟ। ਜਿਹੜੀਆਂ ਗੱਲਾਂ ਇਹਦੇ ਬਾਰੇ ਯਾਦ ਕਰਨੀਆਂ ਸੀ ਉਹਨਾਂ ਨੂੰ ਮੈਂ ਟਿਕ ਕਰਤਾ। ਠੀਕ ਹੈ। ਤਾਂ ਜਿਹੜੀ ਨੈਕਸਟ ਨਿਊਜ਼ ਹੈ, ਪੋਸ਼ਣ ਵੀ ਪੜ੍ਹਾਈ ਵੀ ਕੰਪੇਨ। ਨਾਂ ਤੋਂ ਕਲੀਅਰ ਹੈ ਨਾ ਵੀ ਪੜ੍ਹਾਈ ਵੀ ਅਤੇ ਆਪਣਾ ਇੱਕ ਤਰ੍ਹਾਂ ਦਾ ਪੋਸ਼ਣ ਮਤਲਬ ਵੀ ਖਾਣਾ ਪੀਣਾ ਵੀ ਵਧੀਆ ਹੈ ਨਾ। ਤਾਂ ਇਹ ਲਾਂਚ ਕੀਤੀ ਗਈ ਹੈ ਸਮ੍ਰਿਤੀ ਇਰਾਨੀ ਦੁਆਰਾ। ਠੀਕ ਹੈ। ਮਤਲਬ ਜਿਹੜੇ ਆਪਣੇ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰ ਨੇ। ਠੀਕ ਹੈ। ਤਾਂ ਕਈ ਵਾਰ ਉਹ ਪੁੱਛੂਗਾ ਵੀ ਲਾਂਚ ਬਾਏ PM ਮੋਦੀ। ਠੀਕ ਹੈ। ਜਾਂ ਆਪਣਾ ਕੋਈ ਹੋਰ ਮਿਨਿਸਟਰੀ ਲਿਖ ਦੂਗਾ। ਠੀਕ ਹੈ। ਮਿਨਿਸਟਰੀ ਆਫ ਐਜੂਕੇਸ਼ਨ ਲਿਖ ਦੂੰ। ਤਾਂ ਯਾਦ ਰੱਖਿਓ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਨੇ ਇਹਨੂੰ ਲਾਂਚ ਕੀਤਾ। ਜਿਨ੍ਹਾਂ ਦੇ ਮਿਨਿਸਟਰ ਕੌਣ ਨੇ? ਸਮ੍ਰਿਤੀ ਜੋਬਿਨ ਇਰਾਨੀ। ਤਾਂ ਇਹਦਾ ਮਿਸ਼ਨ ਇਹ ਜਿਹੜਾ ਕੰਪੇਨ ਚਲਾਈ ਹੈ ਇਹ ਮਿਸ਼ਨ ਦੇ ਤਹਿਤ ਚਲਾਈ। ਮਿਸ਼ਨ ਆਲਰੇਡੀ ਚੱਲ ਰਹੇ ਨੇ ਆਪਣੇ। ਇੱਕ ਤਾਂ ਸਕਸ਼ਮ ਆਂਗਨਵਾੜੀ ਅਤੇ ਪੋਸ਼ਣ 2.0। ਇਹਨਾਂ ਦੋਨੇ ਮਿਸ਼ਨਾਂ ਦੇ ਅੰਡਰ ਹੀ ਆਪਣੇ ਕੋਲ ਕੰਪੇਨ ਚਲਾਈ ਗਈ ਹੈ। ਮਤਲਬ ਦੋ ਮਿਸ਼ਨ ਨੂੰ ਫੁੱਲਫਿਲ ਕਰਨ ਵਾਸਤੇ ਇਹ ਮਿਸ਼ਨ ਆਲਰੇਡੀ ਚੱਲ ਰਹੇ ਨੇ। ਤਾਂ ਕਈ ਵਾਰ ਪੁੱਛ ਲਏ ਵੀ ਸਕਸ਼ਮ ਆਂਗਨਵਾੜੀ ਜਾਂ ਪੋਸ਼ਣ 2.2 ਕਿਹੜੀ ਮਿਨਿਸਟਰੀ ਦੇ ਇਹ ਇੱਕ ਤਰ੍ਹਾਂ ਦੇ ਮਿਸ਼ਨ ਨੇ? ਤਾਂ ਵੂਮਨ ਐਂਡ ਚਾਈਲਡ ਡਿਵੈਲਪਮੈਂਟ। ਕਾਹਦੇ ਫੋਕਸ ਕਰੂਗਾ? ਨਾਂ ਤੋਂ ਕਲੀਅਰ ਹੈ। ਪੋਸ਼ਣ ਵੀ ਅਤੇ ਪੜ੍ਹਾਈ ਵੀ, ਮਤਲਬ ਅਰਲੀ ਚਾਈਲਡਹੁੱਡ ਕੇਅਰ ਅਤੇ ਐਜੂਕੇਸ਼ਨ। ਠੀਕ ਹੈ। ਕਿੱਥੇ? ਆਂਗਨਵਾੜੀ ਦੇ ਉੱਪਰ। ਠੀਕ ਹੈ। ਤਾਂ ਮਤਲਬ ਯਾਦ ਰੱਖਿਓ ਜਿਹੜੀ ਇਹ ਕੰਪੇਨ ਹੈ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਮਿਨਿਸਟਰੀ ਨਾਲ ਐਸੋਸੀਏਟਡ ਹੈ। ਇੰਨਾ ਕਿਹਦੇ ਬਾਰੇ ਆਪਾਂ ਨੇ ਯਾਦ ਰੱਖਣਾ ਸੀ। ਅਗਲਾ ਨੈਸ਼ਨਲ ਡਾਕਟਰਸ ਡੇ। ਠੀਕ ਹੈ। ਤਾਂ ਇੰਪੋਰਟੈਂਟ ਡੇ ਹੈ। ਤਾਂ 1 ਜੁਲਾਈ ਮਤਲਬ ਪਹਿਲੀ ਇਹ ਤਰੀਕ ਹੈ ਜੁਲਾਈ ਮਹੀਨੇ ਦੀ। ਜੁਲਾਈ ਮਹੀਨਾ ਚੱਲ ਰਿਹਾ। ਠੀਕ ਹੈ। ਤਾਂ ਤੁਸੀਂ ਇਹਨੂੰ ਰਿਲੇਟ ਕਰ ਲਓ। ਪਰ ਹੁਣ ਜਦੋਂ ਤੁਸੀਂ ਪੇਪਰ ਦੇਣੇ ਹੋਗੇ ਉਦੋਂ ਕੀ ਪਤਾ ਕਿਹੜਾ ਮਹੀਨਾ ਹੋਵੇ ਨਾ, ਤੁਹਾਨੂੰ ਕਿਸੇ ਨਾ ਕਿਸੇ ਲੋਟ ਐ ਰਿਲੇਟ ਕਰ ਲਓ ਵੀ ਆਪਣੇ ਕੋਲ 1 ਤਰੀਕ ਨੂੰ ਵੀ ਡਾਕਟਰਸ ਡੇ ਮਨਾਇਆ ਜਾਂਦਾ ਹੈ। 1/7 ਇਹ 7 ਹੈ ਯਾਰ। ਐਂ ਲਾ ਲਓ ਵੀ ਡਾਕਟਰ ਇੱਕ ਤਰ੍ਹਾਂ ਦਾ ਨਾ ਰੱਬ ਹੀ ਹੈ। ਆਪਾਂ ਜਿਹੜਾ ਬੰਦਾ ਦੇਖੋ ਜਮਾ ਐਨ ਖਤਮ ਹੁੰਦਾ ਉਹਨੂੰ ਡਾਕਟਰ ਹੀ ਬਚਾਉਂਦੇ ਨੇ ਹੈ ਨਾ। ਤਾਂ ਡਾਕਟਰ ਇੱਕ ਤਰ੍ਹਾਂ ਦਾ ਰੱਬ ਹੀ ਹੈ। ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਹਾਂ ਹੈ ਨਾ। ਤਾਂ ਬਸ ਰੱਬ ਇੱਕ ਹੈ ਜਾਂ ਉੱਥੋਂ ਰਿਲੇਟ ਕਰ ਲਓ ਵੀ ਡਾਕਟਰਸ ਇੱਕ ਤਰ੍ਹਾਂ ਦੇ ਰੱਬ ਨੇ। ਤਾਂ 1 ਤਰੀਕ ਤਾਂ ਯਾਦ ਹੋ ਜੂਗੀ। ਜੁਲਾਈ ਤੁਸੀਂ ਯਾਦ ਰੱਖ ਲਿਓ। ਠੀਕ ਹੈ। ਤਾਂ ਇਹਦਾ ਥੀਮ ਕੀ ਸੀਗਾ? ਸੈਲੀਬ੍ਰੇਟਿੰਗ ਰੀਸਾਈਲੈਂਸ ਐਂਡ ਹੀਲਿੰਗ ਹੈਂਡਸ। ਠੀਕ ਹੈ। ਹੀਲਿੰਗ ਹੈਂਡਸ ਮਤਲਬ ਜਿਹੜੇ ਆਪਾਂ ਨੂੰ ਹੈ ਨਾ ਠੀਕ ਕਰ ਦਿੰਦੇ ਨੇ ਹੈ ਨਾ। ਤਾਂ ਇਹਨੂੰ ਥੋੜ੍ਹਾ ਜਿਹਾ ਥੀਮ ਇੱਕ ਵਾਰੀ ਪੜ੍ਹ ਲਿਆ ਤਾਂ ਪੇਪਰ 'ਚ ਬਾਈ ਆਪਸ਼ਨ ਟਿਕ ਹੋ ਜੂਗਾ। ਸੈਲੀਬ੍ਰੇਟਿੰਗ ਰੀਸਾਈਲੈਂਸ ਐਂਡ ਹੀਲਿੰਗ ਹੈਂਡਸ। ਠੀਕ ਹੈ। ਨੈਸ਼ਨਲ ਡਾਕਟਰਸ ਡੇ। ਅੱਗੇ ਆਪਣੇ ਕੋਲ ਇੱਕ ਕਲਚਰਲ ਸਾਈਟ ਹੈ ਸ਼ਾਂਤੀ ਨਿਕੇਤਨ ਕਲਚਰਲ ਸਾਈਟ, ਜਿਹੜੇ ਰਵਿੰਦਰਨਾਥ ਟੈਗੋਰ ਜੀ ਨਾਲ ਐਸੋਸੀਏਟਡ ਹੈ ਸ਼ਾਂਤੀ ਨਿਕੇਤਨ। ਤਾਂ ਇਹ ਨਿਊਜ਼ ਦੇ ਵਿੱਚ ਕਹਾ ਤੁਸੀਂ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਨੇ ਇਹਨੂੰ ਰੈਕਮੈਂਡ ਕੀਤਾ ਹੈ। ਇਹਨੂੰ ਹਜੇ ਇਨਕਲੂਡ ਨਹੀਂ ਕੀਤਾ, ਸਿਰਫ ਰੈਕਮੈਂਡ ਕੀਤਾ ਹੈ ਵੀ ਇਹਨੂੰ ਟੈਂਟੇਟਿਵ ਲਿਸਟ ਦੇ ਵਿੱਚ ਆਪਾਂ ਇਨਕਲੂਡ ਕਰ ਲਈਏ। ਇਹ ਤੋਂ ਪਹਿਲਾਂ ਆਪਾਂ ਨੇ ਨਿਊਜ਼ ਦੇ ਵਿੱਚ ਪੜ੍ਹਿਆ ਸੀ। ਪਹਿਲਾਂ ਆਪਾਂ ਨਿਊਜ਼ 'ਤੇ ਆ ਜਿਹੜੀ ਆਪਾਂ ਨੇ ਆਈ 'ਚ ਇਹ ਮੋਸਟ ਇੰਪੋਰਟੈਂਟ ਹੈ ਜਿਹੜੀ ਮੈਂ ਸਰਕਲ ਦੇ ਵਿੱਚ ਕਲਾਊਡ ਦੇ ਵਿੱਚ ਬਣਾਈ ਹੋਈ ਹੈ। ਜਿਹੜੀਆਂ 3 ਹੈਰੀਟੇਜ ਸਾਈਟਸ ਨੇ ਇਹਨੂੰ ਯੂਨੈਸਕੋ ਨੇ ਟੈਂਟੇਟਿਵ ਲਿਸਟ 'ਚ ਸ਼ਾਮਿਲ ਕਰ ਲਿਆ। ਤਾਂ ਟੈਂਟੇਟਿਵ ਲਿਸਟ 'ਚ ਇੰਡੀਆ ਦੀਆਂ 52 ਸਾਈਟਸ ਨੇ। ਤਾਂ ਜਿਹੜੀਆਂ ਲੇਟੈਸਟ ਐਡ ਹੋਈਆਂ ਨੇ ਸਾਨੂੰ ਉਹ ਪਤਾ ਹੋਣਾ ਚਾਹੀਦਾ ਵੀ ਉਹ ਸਾਈਟ ਕਿੱਥੇ ਹੈ। ਤਾਂ ਕਈ ਵਾਰ ਤੁਹਾਨੂੰ ਪੁੱਛ ਲਏ ਵੀ ਸਨ ਟੈਂਪਲ ਕਿੱਥੇ ਹੈ? ਤਾਂ ਸਨ ਟੈਂਪਲ ਕਿੱਥੇ ਹੈ? ਇਹ ਮੋਢੇਰਾ ਗੁਜਰਾਤ ਦੇ ਵਿੱਚ। ਠੀਕ ਹੈ। ਇੱਕ ਸਨ ਟੈਂਪਲ ਕੋਨਾਰਕ ਦੇ ਵਿੱਚ ਵੀ ਹੈ। ਠੀਕ ਹੈ। ਪਰ ਇਹ ਸਨ ਟੈਂਪਲ ਮੋਢੇਰਾ ਵਾਲਾ। ਠੀਕ ਹੈ।
एक ਜਿਹੜਾ ਇਹ 'ਚ मतलब ਟੈਂਟੇਟਿਵ ਲਿਸਟ 'ਚ ਸ਼ਾਮਿਲ ਕੀਤਾ ਗਿਆ ਇਹ ਗੁਜਰਾਤ ਵਾਲਾ सन टैंपल है। ठीक है, ਅੱਗੇ ਆ ਗਿਆ ਬਾਦਨਗਰ। ਇਹ ਇੱਕ ਮਲਟੀ ਲੇਅਰਡ ਹਿਸਟੋਰਿਕ ਟਾਊਨ ਹੈ। ਤਾਂ ਬਾਦਨਗਰ ਕਿੱਥੇ ਹੈ? ਇਹ ਵੀ ਗੁਜਰਾਤ ਦੇ ਵਿੱਚ, ਮਤਲਬ ਦੋ ਗੁਜਰਾਤ ਦੀਆਂ ਨੇ, सन टैंपल ਤੇ ਬਾਦਨਗਰ। ਇੱਕ ਰੌਕ ਕੱਟ ਸਕਲਪਚਰਸ ਐਂਡ ਰਿਲੀਫਸ ਆਫ ਉਨਾਕੋਟੀ। ठीक है, ਇਹਨੂੰ ਮੈਂ ਜਦੋਂ ਯਾਦ ਕੀਤਾ ਸੀ, ਹੁਣ ਤਾਂ ਦੇਖੋ ਬਾਅਦ 'ਚ ਆਪਾਂ ਨੇ ਇੱਕ ਵਾਰੀ ਯਾਦ ਕਰਨ ਦੀ ਟ੍ਰਿਕ ਚਾਹੀਦੀ ਹੁੰਦੀ ਹੈ, ਬਾਅਦ 'ਚ ਤਾਂ ਆਪਣੇ ਆਪ ਹੀ ਯਾਦ ਹੋ ਜਾਂਦਾ ਹੈ। ਤਾਂ ਯਾਦ ਕਿਵੇਂ ਕੀਤਾ ਸੀ ਵੀ ਊਣਾ ਮਤਲਬ ਕੋਈ ਚੀਜ਼ ਆਪਾਂ ਊਣਾ ਕਦੋਂ ਕਹਿੰਦੇ ਹਾਂ? ਜਦੋਂ ਖਾਲੀ ਹੋਵੇ ਨਾ, ਮੰਨ ਕੇ ਚਲੋ ਜਿਵੇਂ ਆਹ ਗਲਾਸ ਹੈ, ਆਪਾਂ ਕਹਾਂਗੇ ਵੀ ਹਜੇ ਊਣ ਹੈ, ਆਹ ਇੰਨਾ ਊਣ ਹੈ। ਇਹ ਹੁਣ ਕੀ ਹੋ ਗਿਆ? ਇਹ ਭਰ ਗਿਆ ਪੂਰਾ। ਊਣਾ ਪੂਰਾ ਮਤਲਬ ਤ੍ਰਿਪੁਰਾ। ਤਾਂ ਸਟਾਰਟ ਹੋ ਜੂ, ਯਾਦ ਹੋ ਜੂਗਾ ਵੀ ਰੌਕ ਕੱਟ ਸਕਲਪਚਰਸ ਐਂਡ ਰਿਲੀਫ ਕਿੱਥੋਂ ਦੇ ਹੈ? ਆਫ ਉਨਾਕੋਟੀ ਤ੍ਰਿਪੁਰਾ। ਤਾਂ ਇਹ ਤਿੰਨ ਜਿਹੜੀਆਂ ਸਾਈਟਸ ਨੇ ਇਹਨੂੰ ਯੂਨੈਸਕੋ ਵਰਲਡ ਹੈਰੀਟੇਜ ਦੀ ਟੈਂਟੇਟਿਵ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਸ਼ਾਂਤੀ ਨਿਕੇਤਨ ਨੂੰ ਰੈਕਮੈਂਡ ਕੀਤਾ ਹੈ, ਮਤਲਬ ਇਹ ਵੀ ਨਿਊਜ਼ ਦੇ ਵਿੱਚ ਹੈ। ਤਾਂ ਹੁਣ ਜੇ ਰੈਕਮੈਂਡ ਕੀਤਾ ਤਾਂ ਆਪਣੇ ਕੋਲ ਕੁਐਸਚਨ ਕੀ ਆਉਂਦਾ ਹੁੰਦਾ ਵੀ ਇਹ ਸਾਈਟ ਕਿੱਥੇ ਹੈ? ਜਿਵੇਂ ਆਹ सन टैंपल ਬਾਦਨਗਰ ਇਹ ਕਿੱਥੇ ਨੇ? ਆਹ ਤਾਂ ਕੁਐਸਚਨ ਪੁੱਛਿਆ ਵੀ ਹੈ ਇੱਕ ਰੀਸੈਂਟ ਐਗਜ਼ਾਮ ਦੇ ਵਿੱਚ ਵੀ ਬਾਦਨਗਰ ਜਿਹੜੀ ਰੀਸੈਂਟਲੀ ਨਿਊਜ਼ ਦੇ ਵਿੱਚ ਇੱਕ ਹਿਸਟੋਰਿਕ ਟਾਊਨ ਹੈ ਕਿੱਥੋਂ ਦਾ? ਤਾਂ ਯਾਦ ਰੱਖਿਓ ਗੁਜਰਾਤ ਦਾ। ਐਵੇਂ सन टैंपल ਕੋਨਾਰਕ ਦੇ ਵਿੱਚ ਵੀ ਹੈ ਅਤੇ ਗੁਜਰਾਤ ਦੇ ਵਿੱਚ ਵੀ ਹੈ। ਰੌਕ ਕੱਟ ਸਕਲਪਚਰਸ ਐਂਡ ਰਿਲੀਫ ਆਫ ਉਨਾਕੋਟੀ ਊਨਾ ਪੂਰਾ ਤ੍ਰਿਪੁਰਾ। ਉਵੇਂ ਸ਼ਾਂਤੀ ਨਿਕੇਤਨ ਵੈਸਟ ਬੰਗਾਲ। ठीक है, कित्थे? बिरभम वेस्ट बंगाल। ठीक है, बिरभम वेस्ट बंगाल शांति निकेतन कल्चरल साइट। ठीक है, चलो अगे चलते हैं। नैक्सट न्यूज़ 37वां एडिशन नैशनल गेम्स का। पहला आप 36वां एडिशन पढ़ लीए, इसनों मैं पहला ही पढ़ाया सी। जिहड़ा 36वां एडिशन है नैशनल गेम्स का कित्थे होया सी? गुजरात दे विच। गुजरात ने पहली बारी होस्ट कीतियां सी नैशनल गेम्स। 36वां जिहड़ा एडिशन सी ये हो चुकिया। जित्तिया कौन सीगा? सर्विसेज ने टॉप कीता सीगा। ठीक है, तो यदा मास्कट की सीगा? सवज एशियाटिक लोयन। मास्कट ਤੁਹਾਨੂੰ मैं पहले भी दस्सिया ਜਿਹੜਾ ਉਹ ਝੱਬੂ ਜਿਹਾ ਫਿਰਦਾ ਹੁੰਦਾ ਨਾ, ਤਾਂ ਸਵਜ ਨਾਂ ਸੀ, ਏਸ਼ੀਆਟਿਕ ਲੋਇਨ ਨੂੰ ਰਿਪਰੈਜ਼ੈਂਟ ਕਰਦਾ। ਤਾਂ ਹੁਣ ਆਪਣੇ ਕੋਲ 37ਵੇਂ ਨੈਸ਼ਨਲ ਗੇਮਸ ਦੇ ਉੱਪਰ ਕੁਐਸਚਨ ਹੈ, ਜਿਹੜੀਆਂ 37ਵੇਂ ਨੇ ਕਿੱਥੇ ਹੋਣਗੀਆਂ? ਗੋਆ ਦੇ ਵਿੱਚ। ਯਾਦ ਰੱਖਿਓ 36ਵੇਂ ਗੁਜਰਾਤ ਦੇ ਵਿੱਚ, 37ਵੇਂ ਗੋਆ ਦੇ ਵਿੱਚ, ਇਹਨਾਂ ਨੂੰ ਇਕੱਠੀਆਂ ਯਾਦ ਕਰੀਓ। ਅਤੇ 37ਵੇਂ ਆਪਾਂ ਨੇ ਇੰਪੋਰਟੈਂਟ ਕਾਹਤੋਂ ਨੇ? ਆਪਾਂ ਨੇ ਪੰਜਾਬ ਦਾ ਐਗਜ਼ਾਮ ਦੇਣਾ, ਆਪਣੀ ਜਿਹੜੀ ਪੰਜਾਬ ਦੀ ਗੱਤਕਾ ਮਾਰਸ਼ਲ ਆਰਟਸ ਹੈ ਇਹਨੂੰ ਇਨਕਲੂਡ ਕੀਤਾ ਗਿਆ 37ਵੀਂ ਨੈਸ਼ਨਲ ਗੇਮਸ ਦੇ ਵਿੱਚ। ਤਾਂ 37ਵੀਂ ਨੈਸ਼ਨਲ ਗੇਮਸ ਦੇ ਵਿੱਚ ਇੱਕ ਗੱਤਕਾ ਮਾਰਸ਼ਲ ਆਰਟਸ ਵੀ ਇੱਕ ਤਰ੍ਹਾਂ ਦਾ ਸਪੋਰਟਸ ਦੇ ਤੌਰ 'ਤੇ ਇਹਨੂੰ ਯੂਜ਼ ਕੀਤਾ ਗਿਆ, ਮਤਲਬ ਇਹ ਇਨਕਲੂਡ ਕੀਤਾ ਗਿਆ। ਅਤੇ ਗੱਤਕਾ ਕਿਹੜੀ ਸਟੇਟ ਤੋਂ ਬਿਲੋਂਗ ਕਰਦਾ? ਸਾਰਿਆਂ ਨੂੰ ਪਤਾ ਪੰਜਾਬ। ਕੌਣ ਪਰਫੋਰਮ ਕਰਦੇ ਨੇ? ਸਿੱਖਸ। ਠੀਕ ਹੈ, ਅਤੇ ਉਸ ਤੋਂ ਬਾਅਦ ਇਹਦਾ ਜਿਹੜਾ ਮਾਸਕਟ ਹੈ ਉਹ ਵੀ ਇੱਕ ਤਰ੍ਹਾਂ ਦਾ ਆਪਾਂ ਪੰਜਾਬ ਤੋਂ ਯਾਦ ਕਰ ਲਾਂਗੇ ਵੀ ਮੋਗਾ। ਆਪਣਾ ਪੰਜਾਬ 'ਚ ਇੱਕ ਸ਼ਹਿਰ ਹੈ ਨਾ ਮੋਗਾ, ਪਰ ਇਹ ਉਹਨਾਂ ਨੇ ਆਪਣੇ ਪੰਜਾਬ ਵਾਲਾ ਮੋਗਾ ਨਹੀਂ, ਉਹਨਾਂ ਦੀ ਲੈਂਗੁਏਜ ਦੇ ਵਿੱਚ ਗੋਆ ਦੇ ਵਿੱਚ ਇਹ ਇੰਡੀਅਨ ਬਾਈਸੌਨ, ਇੰਡੀਅਨ ਢੱਠੇ ਨੂੰ ਇੱਕ ਤਰ੍ਹਾਂ ਦਾ ਹੈ ਨਾ, ਢੱਠੇ ਨੂੰ ਕਹਿੰਦੇ ਨੇ, ਉਹ ਇੱਕ ਢੱਠੇ ਵਰਗਾ ਹੀ ਹੁੰਦਾ ਇਹ ਮੋਗਾ। ਬਸ ਤੁਸੀਂ ਯਾਦ ਕਰ ਲਿਓ ਵੀ 37ਵੀਆਂ ਜਿਹੜੀਆਂ ਨੈਸ਼ਨਲ ਗੇਮਸ ਨੇ ਗੋਆ 'ਚ ਹੋ ਰਹੀਆਂ ਨੇ। ਆਪਣੀ ਪੰਜਾਬ ਦੀ ਜਿਹੜੀ ਗੱਤਕਾ ਮਾਰਸ਼ਲ ਆਰਟਸ ਹੈ ਉਹਨੂੰ ਇਨਕਲੂਡ ਕੀਤਾ ਗਿਆ। ਗੱਤਕਾ ਮਾਰਸ਼ਲ ਆਰਟਸ ਪੰਜਾਬ ਤੋਂ ਬਿਲੋਂਗ ਕਰਦੀ ਹੈ, ਸਿੱਖ ਇਹਨੂੰ ਪਰਫੋਰਮ ਕਰਦੇ ਨੇ। ਠੀਕ ਹੈ, ਅਤੇ ਮਾਸਕਟ ਕੀ ਆ? ਮੋਗਾ, ਆਪਣਾ ਮੋਗਾ। ਠੀਕ ਹੈ, ਤਾਂ ਮੋਗੇ ਵਾਲੀ ਪਿੰਕੀ ਤਾਂ ਸੁਣੀ ਹੋਊਗੀ ਹੈ ਨਾ ਤੁਸੀਂ ਸਾਰਿਆਂ ਨੇ, ਮਤਲਬ ਕਿ ਇੱਕ ਫਨੀ ਰਿਲੇਟ ਕਰ ਰਹੇ ਆਪਾਂ ਵੈਸੇ। ਠੀਕ ਹੈ, ਤਾਂ 37ਵਾਂ ਨੈਸ਼ਨਲ ਗੇਮਸ ਗੋਆ। ਚਲੋ 36ਵਾਂ ਗੁਜਰਾਤ। ਅੱਗੇ ਆ ਗਿਆ ਸਟਾਰਟਅਪ 20 शिखर ਸਮਿਟ। ਇਹ ਕਿੱਥੇ ਹੋਇਆ? ਤਾਂ ਦੇਖੋ ਇੰਡੀਆ ਕੋਲ G20 ਦੀ ਪ੍ਰੈਜ਼ੀਡੈਂਸੀ ਹੈ, ਸਾਰਿਆਂ ਨੂੰ ਪਤਾ ਹੈ। ਤਾਂ ਪਹਿਲਾਂ ਆਪਾਂ ਪ੍ਰੈਜ਼ੀਡੈਂਸੀ ਪੜ੍ਹ ਲਈਏ। ਤਾਂ 2022 ਦੀ ਜਿਹੜੀ ਪ੍ਰੈਜ਼ੀਡੈਂਸੀ ਸੀ ਨਵੰਬਰ ਤੱਕ ਦੀ, 1 ਦਸੰਬਰ ਤੋਂ ਆਪਣੇ ਕੋਲ ਆਈ ਸੀ। ਤਾਂ ਉਦੋਂ ਪਹਿਲਾਂ 2022 'ਚ ਕਿਹਦੇ ਕੋਲ ਸੀ? ਇੰਡੋਨੇਸ਼ੀਆ ਕੋਲ। 23 'ਚ ਕਿਹਦੇ ਕੋਲ ਆ ਗਈ? ਆਪਣੇ ਕੋਲ ਇੰਡੀਆ ਕੋਲ। ਅਤੇ 24 'ਚ ਕਿਹਦੇ ਕੋਲ ਜਾਊਗੀ? ਬ੍ਰਾਜ਼ੀਲ ਕੋਲ। ਠੀਕ ਹੈ, ਤਾਂ ਆਪਾਂ ਨੇ ਆਹ ਤਿੰਨੇ ਯਾਦ ਕਰਨੀਆਂ ਨੇ ਵੀ ਇਦੋਂ ਪਹਿਲਾਂ ਆਪਣੇ ਕੋਲ ਜਿਹੜੀ G20 ਪ੍ਰੈਜ਼ੀਡੈਂਸੀ ਦੀ ਆਪਣੇ ਤੋਂ ਪਹਿਲਾਂ ਇੰਡੋਨੇਸ਼ੀਆ ਕੋਲ ਸੀ, ਹੁਣ ਇੰਡੀਆ ਕੋਲ ਹੈ, ਇਦੋਂ ਬਾਅਦ 'ਚ ਬ੍ਰਾਜ਼ੀਲ ਕੋਲ ਹੋਊਗੀ 2024 'ਚ। ਤਾਂ ਹੁਣ ਇੰਡੀਆ ਕੋਲ ਪ੍ਰੈਜ਼ੀਡੈਂਸੀ ਹੈ। ਤਾਂ G20 ਦੇ ਅੰਡਰ ਬਹੁਤ ਸਾਰੇ ਸਮਿਟ ਹੋਏ ਨੇ, ਸਾਇੰਸ 20, ਵੂਮੈਨ 20। ਠੀਕ ਹੈ, ਐਵੇਂ ਆਹ ਬਹੁਤ ਇੰਪੋਰਟੈਂਟ ਹੈ, ਤਾਂ ਹੀ ਆਪਾਂ ਇਹਨੂੰ ਕਵਰ ਕਰਵਾਇਆ। ਸਟਾਰਟਅਪ 20 ਇਹ ਕਿੱਥੇ ਹੋਇਆ? ਗੁਰੂਗ੍ਰਾਮ ਹਰਿਆਣਾ ਦੇ ਵਿੱਚ। ਤਾਂ ਗੁਰੂਗ੍ਰਾਮ ਮਤਲਬ ਕਾਫੀ ਜ਼ਿਆਦਾ ਇੰਡਸਟਰੀ ਹੈ, ਲਾ ਲਓ ਵੀ ਕਾਫੀ ਜ਼ਿਆਦਾ ਸਟਾਰਟਅਪ ਨੇ, ਥੋੜ੍ਹਾ ਜਿਹਾ ਆਪਾਂ ਨੂੰ ਰਿਲੇਟ ਕਰ ਸਕਦੇ ਹੈ ਨਾ। ਤਾਂ ਗੁਰੂਗ੍ਰਾਮ ਦੀ ਇਮੇਜ ਇੱਕ ਤਰ੍ਹਾਂ ਦੀ ਸਟਾਰਟਅਪ ਮਤਲਬ ਇੰਡਸਟਰੀ ਫੀਲਡ ਨਾਲ ਆਪਾਂ ਇਹਨੂੰ ਐਸੋਸੀਏਟ ਕਰ ਸਕਦੇ ਹਾਂ। ਠੀਕ ਹੈ, ਨੈਕਸਟ ਨਿਊਜ਼ ਹੈ ਆਪਣੇ ਕੋਲ ਸਾਈਂ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ। ਇਹ PM ਮੋਦੀ ਜੀ ਦੁਆਰਾ ਇਨੋਗਰੇਟ ਕੀਤਾ ਗਿਆ। ਕਿੱਥੇ ਇਨੋਗਰੇਟ ਕੀਤਾ? ਠੀਕ ਹੈ, ਕੁਐਸਚਨ ਇਹ ਆਊਗਾ। ਆਹ ਦੇਖੋ ਕਿੰਨਾ ਸੋਹਣਾ ਜਿਹੜਾ ਇਹ ਸੈਂਟਰ ਹੈ, ਇੱਧਰ ਆਪਾਂ ਨੇ ਫੋਟੋ ਲਾਈ ਹੈ, ਸਾਈਂ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ। ਇਹ ਪਹਿਲਾਂ ਤਾਂ ਕਿਹਦੇ ਦੁਆਰਾ ਇਨੋਗਰੇਟ ਕੀਤਾ ਗਿਆ? PM ਮੋਦੀ ਜੀ ਦੁਆਰਾ, ਵਰਚੁਅਲੀ ਮਤਲਬ ਵੀਡੀਓ ਕਾਲ ਦੇ ਵਿੱਚ। ਠੀਕ ਹੈ, ਆਹ ਦੇਖੋ। ਅਤੇ ਕਿੱਥੇ? ਆਂਧਰਾ ਪ੍ਰਦੇਸ਼ ਦੇ ਵਿੱਚ। ਠੀਕ ਹੈ, ਪੁੱਟਾਪਾਰਥੀ ਆਂਧਰਾ ਪ੍ਰਦੇਸ਼। ਠੀਕ ਹੈ, ਪ੍ਰੋਨਾਊਂਸੀਏਸ਼ਨ ਆਪੋ ਆਪਣੀ, ਪੁੱਟਾਪਾਰਥੀ ਆਂਧਰਾ ਪ੍ਰਦੇਸ਼।
ਇਹ ਕਾਹਦੇ ਵਾਸਤੇ ਹੈ? ਇਹ ਪ੍ਰਮੋਟ ਕਰੂਗਾ ਕਲਚਰਲ ਐਕਸਚੇਂਜ ਨੂੰ, मतलब अपने कल्चर ਨੂੰ, एक तरह का कल्चर ਨੂੰ ठीक है दर्शाऊगा। तो कई बार क्वेश्चन आ जाए, सीधा डायरैक्ट क्वेश्चन आ सकता है, साई हीरा ग्लोबल कन्वेंशन कित्थे लॉन्च किया गया या किहड़ी स्टेट दे विच इहनूं इनोगरेट किया गया? तो याद रखियो आंसर की आऊगा अपने कोले आंध्रा प्रदेश। ठीक है, साई हीरा ग्लोबल कन्वेंशन सेंटर आंध्रा प्रदेश। नैक्सट न्यूज़ मिलेट्स के उपर, मिलेट्स एक्सपीरियंस सेंटर कित्थे खोलिया गया? मिलेट्स इन्ना कातों इंपॉर्टेंट है क्योंकि 2023 का जिहड़ा वर्ड ऑफ द ईयर है वो मिलेट ही है। यूनाइटेड नेशन जनरल असैंबली ने 2023 का जिहड़ा वर्ड ऑफ द ईयर कहता 2023 जिहड़ा साल है उन्होंने किहनूं डेडिकेट किया? मिलेट्स नूं। तो 2023 ईयर ऑफ मिलेट्स कहा गया यूनाइटेड नेशन जनरल असैंबली द्वारा। तो हुण मिलेट्स एक्सपीरियंस सेंटर खोलिया गया इंडिया दे विच पहला, फस्ट ऑफ इट्स काइंड। तो कित्थे खोलिया गया? तो याद रखियो इंडिया की राजधानी न्यू दिल्ली दे विच। तो मिलेट्स एक्सपीरियंस सेंटर न्यू दिल्ली दे विच किहदे द्वारा इनोगरेट किया गया? मिलेट्स खेतीबाड़ी नाल संबंधित है कि खेतीबाड़ी का मिनिस्टर किहड़ा? नरेंद्र सिंह तोमर। नरेंद्र सिंह तोमर खेतीबाड़ी मिनिस्टर, एग्रीकल्चर मिनिस्टर द्वारा इनू इनोगरेट किया गया। ये की करूगा? प्रमोट करूगा मिलेट्स नू भी मिलेट्स एक वर्सेटाइल तो हैल्दी ग्रेन है भी जिहड़ा मतलब जिहदे बहुत सारे फायदे ने, वर्सेटाइल है जिहड़ा अपनी मतलब सेहत नू होर भी हैल्दी बनाऊगा। ठीक है, तो दोबारे सुनो आ न्यूज़ तो इंपॉर्टेंट हैगी है भी 2023 जिहड़ा ईयर है वो यूनाइटेड नेशन जनरल असैंबली ने एज ए ईयर ऑफ मिलेट्स डिकलेयर किया। मिलेट्स नू यूनीयन बजट 2023 दे विच भी रैफर किया गया, किस नाम के अंडर? श्री अन्ना। ठीक है, श्री अन्ना। तो इंपॉर्टेंट है भी मिलेट्स नू बजट 2023 दे विच की किया गया? श्री अन्ना। इंडिया दे विच सब तो वध मिलेट्स, देखो सब लार्जेस्ट मिलेट प्रोड्यूसर वर्ल्ड दे विच इंडिया, तो इंडिया दे विच सब तो ज़्यादा किहड़ा है? राजस्थान। ठीक है, इंडिया दे विच सब तो ज़्यादा किहड़ा है? राजस्थान। तो याद रखियो लार्जेस्ट प्रोड्यूसर ऑफ मिलेट्स इन वर्ल्ड तो इंडिया, जे इंडिया दे विच पुछ लेना तो राजस्थान। ठीक है, तो यह मिलेट्स एक्सपीरियंस सेंटर बारे तुसीं याद रखना। अगे आ गया वाइब्रेंट विलेज प्रोग्राम। जिथे भी वाइब्रेंट वर्ड आ गया तो तुसीं बॉर्डर विलेज याद रखियो। जिहड़ा वाइब्रेंट विलेज प्रोग्राम है किहड़े विलेजेस वास्ते स्टार्ट किया गया? बॉर्डर विलेजेस वास्ते। ठीक है, बेसिकली 4 स्टेट्स ते एक यूनीयन टैरेटरी। 4 स्टेट्स किहड़ियां ने? ये नहीं है भी ज़्यादातर जिहड़ा ये चलाया गया आंध्रा प्रदेश, अपने कोले अरुणाचल प्रदेश, आंध्रा नहीं अरुणाचल प्रदेश, उत्तराखंड, सिक्किम, हिमाचल प्रदेश, लद्दाख। ठीक है, और मैं लिखे देना अरुणाचल प्रदेश, कई बार सुनू उलझन पै जाए। ठीक है, अरुणाचल प्रदेश, अरुणाचल प्रदेश, उत्तराखंड, सिक्किम, हिमाचल प्रदेश तो एक यूटी किहड़ी? लद्दाख। ये लॉन्च कित्थे किया गया? वाइब्रेंट 4 स्टेट के एक यूटी दे यूटी वास्ते डिवेलपमेंट वास्ते, पर लॉन्च कित्थे किया गया? तो याद रखियो केविथू आंध्रा प्रदेश, अरुणाचल प्रदेश के केविथू अरुणाचल प्रदेश के। ठीक है, तो उस तो बाद तो आ अपना एक तरह का ईस्टर्न मोस्ट पॉइंट ही है इधरले पासे, एक तरह का आंध्रा प्रदेश के जो आप इंडिया का मैप बनाने ने एक्सटेंशन है ना, तो आप देखते हैं भी आ रहे तो आह एवें। ठीक है, इधर मेरे राजस्थान के गौर माता। ठीक है, इधर अपने को किविथू अरुणाचल प्रदेश के होंगे। ठीक है, तो बस याद रखियो वाइब्रेंट विलेज प्रोग्राम अरुणाचल प्रदेश के लॉन्च किया गया। किहदे द्वारा लॉन्च किया गया? अमित शाह जी द्वारा। तो अज अपने 2-3 मतलब वो देखे ने, जिमें एक PM मोदी जी ने भी लॉन्च किया सीगा, ते अपने कोले स्मृति ईरानी जी ने। ठीक है, पोषण भी तो पढ़ाई भी है ना, एजुकेशन के रिलेटेड। तो हुण अपने को वाइब्रेंट विलेज प्रोग्राम एवें एक अपने एग्रीकल्चर वाला भी देखा सीगा, आह नरेंद्र सिंह तोमर जी ने मिलेट्स एक्सपीरियंस सेंटर इनोगरेट किया। वाइब्रेंट विलेज प्रोग्राम कि ने? अमित शाह जी ने, जोड़े अपने होम मिनिस्टर ने अरुणाचल प्रदेश के। तो याद रखियो 4 स्टेट तो एक यूटी जोड़े बॉर्डर स्टेट ने, एक तरह के बॉर्डर विलेज, उन्होंने डिवेलपमेंट वास्ते जोड़ा ये वाइब्रेंट विलेज प्रोग्राम स्टार्ट किया गया। ठीक है, ये वास्ते 4800 करोड़ रुपया जोड़ा एलोकेट किया गया फाइनैंशियल ईयर 22-23 तो 25-26 तक। नैक्सट वेरी वेरी इंपॉर्टेंट न्यूज़, IBCA की है? इंटरनेशनल बिग कैट अलायंस। तो PM मोदी जी द्वारा ये लॉन्च किया गया। तो इंपॉर्टेंट है PM मोदी जी ने IBCA लॉन्च किया, इंटरनेशनल बिग कैट अलायंस। लॉन्च बाय PM मोदी। कित्थे लॉन्च किया है? मैसूरू करनाटका दे विच। ठीक है, कित्थे लॉन्च किया है? करनाटका दे विच, मैसूरू करनाटका दे विच। का तो मतलब बेसिकली भी ये पिछे कारण की है क्योंकि अपना ना जो प्रोजैक्ट टाइगर से ये 1973 च शुरू होया सी प्रोजैक्ट टाइगर। तो हुण इहनूं 50 साल होणगे 2023 दे विच। तो उहदी कमैमोरेशन दे विच इन कमैमोरेशन ऑफ 50 ईयर्स ऑफ प्रोजैक्ट टाइगर। तो प्रोजैक्ट टाइगर का तुहाडे ध्यान च होना ही चाहिए भी प्रोजैक्ट टाइगर कदों आया? 1973। हुण इहनूं 50 साल हो गए।
ਤਾਂ ਇਹਦੀ ਯਾਦ ਦੇ ਵਿੱਚ IBCA ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਲਾਂਚ ਕੀਤਾ ਗਿਆ PM ਮੋਦੀ ਦੁਆਰਾ ਕਰਨਾਟਕਾ ਮੈਸੂਰੂ ਦੇ ਵਿੱਚ। ਇਹਦੇ ਵਿੱਚ ਜਿਹੜਾ IBCA ਕੀ ਹੈ, ਇਹ ਕਾਹਦੇ ਵਾਸਤੇ ਹੈ? ਇਹ ਕੰਜ਼ਰਵੇਸ਼ਨ, ਮਤਲਬ ਜਿਹੜੀਆਂ ਬਿਗ ਕੈਟਸ, ਸੱਤ ਬਿਗ ਕੈਟਸ ਨੇ, ਜਿਵੇਂ ਆਪਣੇ ਕੋਲ ਟਾਈਗਰ ਹੋ ਗਿਆ, ਲਾਇਨ ਹੋ ਗਿਆ, ਇਹ ਕੈਟ ਦੀ ਫੈਮਿਲੀ 'ਚ ਹੀ ਆਉਂਦੇ ਨੇ ਸਾਰੇ। ਤਾਂ 7 ਬਿਗ ਕੈਟਸ ਦੀ ਕੰਜ਼ਰਵੇਸ਼ਨ, ਉਹਨਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਅਲਾਇੰਸ ਬਣਾਇਆ ਗਿਆ। ਤਾਂ ਉਹ 7 ਬਿਗ ਕੈਟਸ ਦੇ ਨਾਮ ਤੁਹਾਨੂੰ ਥੋੜ੍ਹਾ ਇੱਕ ਵਾਰੀ ਆਈਡੀਆ ਹੋਵੇ, ਟਾਈਗਰ, ਲਾਇਨ, ਲਿਓਪਰਡ, ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ, ਚੀਤਾ, ਜੈਗੁਆਰ, ਸਨੋ ਲਿਓਪਰਡ ਅਤੇ ਪਿਊਮਾ। ਠੀਕ ਹੈ, ਇਹ 7 ਤਰ੍ਹਾਂ ਦੀਆਂ ਜਿਹੜੀਆਂ ਕੈਟਸ ਨੇ ਜਿਨ੍ਹਾਂ ਨੂੰ ਕੰਜ਼ਰਵ ਕਰਨ ਲਈ PM ਮੋਦੀ ਜੀ ਨੇ ਮੈਸੂਰੂ ਕਰਨਾਟਕਾ ਦੇ ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਜਿਹੜਾ ਲਾਂਚ ਕੀਤਾ। ਠੀਕ ਹੈ, ਪ੍ਰੋਜੈਕਟ ਟਾਈਗਰ 1973 ਯਾਦ ਰੱਖਿਓ। ਨੈਕਸਟ, ਇੰਡੀਆ ਦਾ ਫਸਟ ਇੰਡੀਜੀਨੀਅਸਲੀ 700 ਮੈਗਾਵਾਟ ਨਿਊਕਲੀਅਰ ਰਿਐਕਟਰ। ਠੀਕ ਹੈ, ਇਹ ਆਪਣੇ ਕੋਲ ਕਿੱਥੇ ਇਹਨੂੰ ਲਾਂਚ ਕੀਤਾ ਗਿਆ? ਸਟਾਰਟ ਹੋ ਗਿਆ ਬੇਸਿਕਲੀ ਇੱਕ ਤਰ੍ਹਾਂ ਦਾ ਨਾ, ਸਟਾਰਟ ਇਟਸ ਕਮਰਸ਼ੀਅਲ ਆਪਰੇਸ਼ਨਸ, ਮਤਲਬ ਇਹ ਵਰਕਿੰਗ 'ਚ ਆ ਗਿਆ। ਇਹ ਕਿੱਥੇ ਹੈ? ਗੁਜਰਾਤ ਦੇ ਵਿੱਚ। ਕਿੱਥੇ ਇਹਨੂੰ, ਜਿਹੜਾ ਆਪਣੇ ਕੋਲ ਇੰਡੀਆ ਦਾ ਪਹਿਲਾ ਇਹ ਇੰਡੀਜੀਨੀਅਸਲੀ ਮਤਲਬ ਆਪ ਬਣਾਇਆ 700 ਮੈਗਾਵਾਟ ਦਾ ਨਿਊਕਲੀਅਰ ਰਿਐਕਟਰ। ਤਾਂ ਇਹ ਕਕਰਾਪਾਰ ਅਟੋਮਿਕ ਪਾਵਰ ਪ੍ਰੋਜੈਕਟ ਜਿਹੜਾ ਕਿੱਥੇ ਹੈ? ਗੁਜਰਾਤ ਦੇ ਵਿੱਚ। ਤਾਂ ਇੱਕ ਤਾਂ ਕੁਐਸਚਨ ਇਹੀ ਆ ਸਕਦਾ ਵੀ ਕਕਰਾਪਾਰ ਅਟੋਮਿਕ ਪਾਵਰ ਪ੍ਰੋਜੈਕਟ ਕਿਹੜੀ ਸਟੇਟ ਦੇ ਵਿੱਚ ਹੈ? ਗੁਜਰਾਤ ਦੇ ਵਿੱਚ। ਠੀਕ ਹੈ, ਤਾਂ ਤੁਹਾਡਾ ਜੋ ਹੋਮਵਰਕ ਹੈ ਇੰਪੋਰਟੈਂਟ ਹੈ, ਉਹ ਤੁਸੀਂ ਆਪ ਕਰ ਲਿਓ ਥੋੜ੍ਹਾ ਜਿਹਾ। ਆਪਣੇ ਜਿਹੜੇ ਆਪਣੇ ਕੋਲੇ ਨਿਊਕਲੀਅਰ ਪ੍ਰੋਜੈਕਟ ਨੇ, ਠੀਕ ਹੈ, ਨਿਊਕਲੀਅਰ ਪਾਵਰ ਪਲਾਂਟਸ ਨੇ, ਤੁਹਾਨੂੰ ਸਾਰੇ ਪਤਾ ਹੋਣ ਵੀ ਕਿਹੜਾ ਕਿੱਥੇ ਹੈ। ਠੀਕ ਹੈ, 7-8 ਕੀ ਨੇ, ਥੋੜ੍ਹੇ ਨੇ, ਤਾਂ ਤੁਹਾਡੇ ਯਾਦ ਹੋ ਜਾਣਗੇ। ਤਾਂ ਇੰਡੀਆ ਦਾ ਪਹਿਲਾ ਇੰਡੀਜੀਨੀਅਸਲੀ 700 ਮੈਗਾਵਾਟ ਦਾ ਨਿਊਕਲੀਅਰ ਰਿਐਕਟਰ ਕਕਰਾਪੁਰ ਅਟੋਮਿਕ ਪਾਵਰ ਪ੍ਰੋਜੈਕਟ ਗੁਜਰਾਤ ਦੇ ਵਿੱਚ, ਅਤੇ ਹੁਣ ਵਰਕਿੰਗ 'ਚ ਇੱਕ ਤਰ੍ਹਾਂ ਦਾ ਆ ਗਿਆ। ਇੰਡੀਆ ਦਾ ਪਹਿਲਾ ਸੋਲਰ ਪਾਵਰਡ ਟੂਰਿਸਟ ਬੋਟ। ਠੀਕ ਹੈ, ਇੰਡੀਆ ਦੀ ਪਹਿਲੀ ਜਿਹੜੀ ਸੋਲਰ ਪਾਵਰਡ ਟੂਰਿਸਟ ਬੋਟ ਹੈ, ਉਹਦਾ ਕੀ ਨਾਮ ਹੈ? ਸੂਰਿਆ ਅੰਸ਼ੂ। ਇਹ ਮਤਲਬ ਨਾ ਇੱਕ ਤਰ੍ਹਾਂ ਦੀ ਸੋਲਰ 'ਤੇ ਚੱਲਦੀ ਹੈ ਜਿਹੜੀ ਇਹ ਟੂਰਿਸਟ ਬੋਟ। ਤਾਂ ਬੋਟ ਦੇ ਉੱਪਰ ਨਾ ਸੋਲਰ ਪੈਨਲ ਜੇ ਲਾਏ ਹੋਏ ਨੇ ਐਵੇਂ ਦੋਨੇ ਪਾਸੇ ਜੇ। ਠੀਕ ਹੈ, ਤਾਂ ਇੰਡੀਆ ਦੀ ਪਹਿਲੀ ਸੋਲਰ ਪਾਵਰ ਟੂਰਿਸਟ ਬੋਟ ਹੈ, ਜਿਹਦਾ ਨਾਮ ਕੀ ਰੱਖਿਆ? ਯਾਦ ਰੱਖਿਓ, ਸੂਰਿਆਅੰਸ਼ੂ। ਅਤੇ ਕਿਹਦੇ ਦੁਆਰਾ ਲਾਂਚ ਕੀਤੀ ਗਈ? KSINC ਕੀ ਹੈ? ਕੇਰਲਾ ਸਟੇਟ ਇਨਲੈਂਡ ਨੈਵੀਗੇਸ਼ਨ ਕਾਰਪੋਰੇਸ਼ਨ। ਮਤਲਬ ਇੱਕ ਤਰ੍ਹਾਂ ਦੀ ਕੇਰਲਾ ਸਟੇਟ ਦੁਆਰਾ ਜਿਹੜੀ ਇਹ ਲਾਂਚ ਕੀਤੀ ਗਈ ਹੈ ਇੰਡੀਆ ਦੀ ਪਹਿਲੀ ਸੋਲਰ ਪਾਵਰਡ ਟੂਰਿਸਟ ਬੋਟ। ਠੀਕ ਹੈ, ਇੰਡੀਆ ਦੀ ਪਹਿਲੀ ਸੋਲਰ ਪਾਵਰ ਟੂਰਿਸਟ ਬੋਟ ਕਿਹਦੇ ਦੁਆਰਾ ਲਾਂਚ ਕੀਤੀ ਗਈ? KSINC, ਕੇਰਲਾ ਸਟੇਟ ਇਨਲੈਂਡ ਨੈਵੀਗੇਸ਼ਨ ਕਾਰਪੋਰੇਸ਼ਨ। ਨਾਮ ਕੀ ਰੱਖਿਆ ਉਹਦਾ? ਸੂਰਿਆਅੰਸ਼ੂ। ਠੀਕ ਹੈ, ਨਾਮ ਯਾਦ ਰੱਖ ਲਿਓ। ਅੱਗੇ ਆ ਗਿਆ GVM ਡਰਾਈਵਰ। ਇਹ ਚੀਜ਼ ਕੀ ਹੈ? ਪਹਿਲਾਂ ਤਾਂ GVM ਦੀ ਆਪਾਂ ਫੁੱਲ ਫਾਰਮ ਦੇਖ ਲਈ। ਜੀ ਤੇ ਗਲੀਓ, B ਤੇ ਬਲਾਸਟੋਮਾ, ਮਲਟੀਫੋਰਮ ਡਰਾਈਵਰਸ। ਠੀਕ ਹੈ, ਇਹ ਇੱਕ ਤਰ੍ਹਾਂ ਦਾ ਨਾ ਮਸ਼ੀਨ ਲਰਨਿੰਗ ਟੂਲ ਹੈ, ਜਿਹੜਾ ਮਤਲਬ ਇੱਕ ਤਰ੍ਹਾਂ ਦੀ ਮਸ਼ੀਨ ਹੀ ਇੱਕ ਤਰ੍ਹਾਂ ਦੀ, ਜਿਹੜੀ ਕੀ ਆ ਆਪਣੇ ਬ੍ਰੇਨ ਦੇ ਵਿੱਚ ਜਾਂ ਆਪਣੀ ਸਪਾਈਨਲ ਕਾਰਡ ਦੇ ਵਿੱਚ ਜੇ ਟਿਊਮਰ ਹੋਊਗਾ ਉਹਨੂੰ ਡਿਟੈਕਟ ਕਰੂਗੀ। ਟਿਊਮਰ ਇੱਕ ਤਰ੍ਹਾਂ ਦਾ ਕੈਂਸਰ ਕਾਜ਼ਿੰਗ ਹੁੰਦਾ ਨਾ, ਤਾਂ ਆਪਣੇ ਕੋਲੇ GVM ਡਰਾਈਵਰ ਪੁੱਛ ਲੈ ਕਾਹਦੇ ਵਾਸਤੇ ਹੈ? ਤਾਂ ਯਾਦ ਰੱਖਿਓ, ਇਹ ਮਸ਼ੀਨ ਲਰਨਿੰਗ ਟੂਲ ਹੈ ਜਿਹਦੇ ਨਾਲ ਅਸੀਂ ਟਿਊਮਰ ਨੂੰ ਡਿਟੈਕਟ ਕਰ ਸਕਦੇ ਹਾਂ ਸਾਡੇ ਬ੍ਰੇਨ ਜਾਂ ਸਪਾਈਨਲ ਕਾਰਡ ਦੇ ਵਿੱਚ। ਫਿਰ ਦੂਜਾ ਕੁਐਸਚਨ ਆਊਗਾ ਕਿਹਦੇ ਦੁਆਰਾ ਬਣਾਇਆ ਗਿਆ? ਤਾਂ IIT ਮਦਰਾਸ। ਇਹੀ ਕੁਐਸਚਨ ਜ਼ਿਆਦਾ ਇੰਪੋਰਟੈਂਟ ਹੈ ਵੀ ਆਪਣੇ ਕੋਲੇ GVM ਡਰਾਈਵਰ ਜਿਹੜਾ ਕਹੂਗਾ ਟਿਊਮਰ ਨੂੰ ਡਿਟੈਕਟ ਕਰਦਾ ਬ੍ਰੇਨ ਜਾਂ ਸਪਾਈਨਲ ਕਾਰਡ ਦੇ ਵਿੱਚ, ਕਿਹਦੇ ਦੁਆਰਾ ਬਣਾਇਆ ਗਿਆ? ਤਾਂ IIT ਮਦਰਾਸ। ਠੀਕ ਹੈ, ਅਤੇ ਲਾਸਟ ਇਹਦੀ ਫੁੱਲ ਫਾਰਮ ਤੁਸੀਂ ਜ਼ਰੂਰ ਯਾਦ ਰੱਖ ਲਿਓ, ਗਲੀਓ ਬਲਾਸਟੋਮਾ ਮਲਟੀਫੋਰਮ ਡਰਾਈਵਰਸ। ਠੀਕ ਹੈ, ਤਾਂ ਗਲੀਓ ਬਲਾਸਟੋਮਾ ਮਲਟੀਫੋਰਮ ਡਰਾਈਵਰਸ ਮਸ਼ੀਨ ਲਰਨਿੰਗ ਟੂਲ ਹੈ ਜਿਹੜਾ ਟਿਊਮਰ ਨੂੰ ਡਿਟੈਕਟ ਕਰਦਾ ਆਪਣੇ ਬ੍ਰੇਨ ਜਾਂ ਸਪਾਈਨਲ ਕਾਰਡ 'ਚ। ਅਤੇ ਆਹ ਜ਼ਰੂਰ ਯਾਦ ਰੱਖਿਓ ਵੀ IIT ਮਦਰਾਸ ਦੇ ਦੁਆਰਾ ਇਹ ਬਣਾਇਆ ਗਿਆ। ਅੱਗੇ ਆਪਣੇ ਕੋਲ ਇੱਕ ਐਕਸਰਸਾਈਜ਼ ਹੈ, ਐਕਸਰਸਾਈਜ਼ ਓਰੀਓਨ। ਇੰਪੋਰਟੈਂਟ ਹੈ, ਪੁੱਛੂਗਾ ਕਿਹੜੇ ਦੇਸ਼ ਦੀ ਐਕਸਰਸਾਈਜ਼ ਹੈ? ਇਹ ਮਲਟੀਲੇਟਰਲ ਐਕਸਰਸਾਈਜ਼ ਹੈ, ਮਤਲਬ ਕਾਫੀ ਸਾਰੇ ਦੇਸ਼ਾਂ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਹੈ। ਅਤੇ ਕੰਡਕਟ ਇਹਨੇ ਕਿਹਨੇ ਕੀਤੀ ਸੀ? ਯਾਦ ਰੱਖਿਓ, ਫਰਾਂਸ ਨੇ। ਕੰਡਕਟ ਕਿਹਦੇ ਦੁਆਰਾ ਕਰਾਈ ਗਈ? ਫਰਾਂਸ ਦੁਆਰਾ। ਤਾਂ ਤੁਸੀਂ ਓਰੀਆਨ ਐਕਸਰਸਾਈਜ਼, ਓਰੀਆਨ ਜਦੋਂ ਵੀ ਆ ਗਈ ਤੁਸੀਂ ਰਿਲੇਟ ਕਿਹਦੇ ਨਾਲ ਕਰਾਉਣਾ? ਇੱਕ ਤਰ੍ਹਾਂ ਦਾ ਫਰਾਂਸ ਨਾਲ। ਠੀਕ ਹੈ, ਇੰਡੀਆ ਨੇ ਵੀ ਪਾਰਟੀਸਪੇਟ ਕੀਤਾ ਸੀ। ਇੰਡੀਆ ਦੀ ਪਹਿਲੀ ਫੀਮੇਲ ਰਫੇਲ ਪਾਇਲਟ, ਮਤਲਬ ਪਹਿਲੀ ਫੀਮੇਲ ਪਾਇਲਟ ਨਹੀਂ, ਪਾਇਲਟ ਤਾਂ ਤੂੰ ਪਹਿਲਾਂ ਵੀ ਨਹੀਂ, ਜਿਹਨੇ ਰਫੇਲ ਚਲਾਇਆ। ਰਫੇਲ ਆਪਾਂ ਨੇ ਫਰਾਂਸ ਤੋਂ ਹੀ ਲੈਤੇ ਸੀ ਨਾ, ਤਾਂ ਰਫੇਲ ਚਲਾਉਣ ਵਾਲੀ ਇੰਡੀਆ ਦੀ ਪਹਿਲੀ ਪਾਇਲਟ ਕਿਹੜੀ ਬਣ ਗਈ? ਸ਼ਿਵਾਂਗੀ ਸਿੰਘ। ਠੀਕ ਹੈ, ਉਹਨੇ ਵੀ ਪਾਰਟੀਸਪੇਟ ਕੀਤਾ ਸੀ। ਠੀਕ ਹੈ, ਉੱਥੇ ਮਤਲਬ ਆਪਣਾ ਰਫੇਲ ਜੈਟ ਆਪਾਂ ਉੱਥੇ ਲੈ ਕੇ ਗਏ ਸੀਗੇ ਐਕਸਰਸਾਈਜ਼ ਓਰੀਆਨ ਦੇ ਵਿੱਚ। ਠੀਕ ਹੈ, ਤਾਂ ਸ਼ਿਵਾਂਗੀ ਸਿੰਘ ਇੰਡੀਆ ਦੀ ਪਹਿਲੀ ਫੀਮੇਲ ਰਫੇਲ ਪਾਇਲਟ ਹੈ। ਠੀਕ ਹੈ, ਯਾਦ ਰੱਖ ਲਈ। ਪਹਿਲੀ ਕੰਟਰੀ ਜਿਹਨੇ ਪਲਾਸਟਿਕ ਪ੍ਰੋਡਿਊਸ ਬੈਗ ਨੂੰ ਬੈਨ ਕੀਤਾ। ਠੀਕ ਹੈ, ਪਹਿਲੀ ਕੰਟਰੀ ਬੈਨ ਕਰਨ ਵਾਲੀ।
ਤਾਂ ਜਦੋਂ ਵੀ ਕੋਈ ਇਹੋ ਜਿਹੀ ਨਿਊਜ਼ ਆਉਂਦੀ ਹੁੰਦੀ ਹੈ ਤੇ ਆਂਸਰ ਨਿਊਜ਼ੀਲੈਂਡ ਹੋਵੇ ਨਾ, ਮੈਂ ਤਾਂ ਹੀ ਸੋਚਦਾ ਹੁੰਦਾ ਵੀ ਯਾਰ ਇਹ ਨਵੀਂ ਜੀ ਸੋਚ ਹੈ ਨਾ, ਵੀ ਪਲਾਸਟਿਕ ਬੈਗ ਨੂੰ ਵੀ ਇਨਵਾਇਰਮੈਂਟ ਬਾਰੇ ਸੋਚਣਾ ਹੈ ਨਾ, ਨਵੀਂ ਜੀ ਸੋਚ ਹੈ। ਤਾਂ ਜਦੋਂ ਵੀ ਨਵੀਂ ਜੀ ਨਿਊਜ਼ੀਲੈਂਡ ਬਾਰੇ ਮੈਂ ਯਾਦ ਕਰਨਾ ਹੋਵੇ, ਮੈਂ ਨਵੀਂ ਜੀ ਸੋਚ ਸੋਚਦਾ ਤਾਂ ਨਿਊਜ਼ੀਲੈਂਡ, ਠੀਕ ਹੈ, ਲੈਂਡ ਨੂੰ ਬਚਾਉਣ ਵਾਸਤੇ ਨਵੀਂ ਜੀ ਸੋਚ ਹੈ ਵੀ ਪਲਾਸਟਿਕ ਪ੍ਰੋਡਿਊਸ ਬੈਗ ਨੂੰ ਬੰਦ ਕਰ ਦਿਓ। ਤਾਂ ਪਹਿਲੀ ਕੰਟਰੀ ਜਿਹਨੇ ਜਮੀ ਬੈਨ ਲਾਤਾ ਤਾਂ ਉਹ ਕਿਹੜੀ ਬਣ ਗਈ ਆਪਣੇ ਕੋਲੇ, ਨਿਊਜ਼ੀਲੈਂਡ। ਨੈਕਸਟ, ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ। ਜਿਹੜਾ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਹੈ, ਠੀਕ ਹੈ, ਇਹ ਮਤਲਬ ਇੱਕ ਤਰ੍ਹਾਂ ਦਾ ਕਿੱਥੇ ਇਹ ਜਿਹੜਾ ਕੰਪਲੈਕਸ ਹੈ ਕਿੱਥੇ ਹੈ, ਤਾਂ ਇਨ ਲੋਥਲ ਗੁਜਰਾਤ ਦੇ ਵਿੱਚ ਹੈ। ਤਾਂ ਮਤਲਬ ਇਹ ਨਿਊਜ਼ ਦੇ ਵਿੱਚ ਕਹਾ ਤੁਸੀਂ, ਕਿਉਂਕਿ ਜਿਹੜੀ ਯੂਨੀਅਨ ਮਿਨਿਸਟਰੀ ਹੈ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼ ਦੀ, ਉਹਨੇ ਰਿਵਿਊ ਕੀਤਾ ਜਿਹੜਾ ਇਹ ਪ੍ਰੋਜੈਕਟ ਸੀਗਾ ਪ੍ਰੋਜੈਕਟ ਆਫ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ, ਇਹਨੂੰ ਇੱਕ ਤਰ੍ਹਾਂ ਦਾ ਰਿਵਿਊ ਕੀਤਾ ਹੈ। ਅਤੇ ਜਿਹੜਾ ਇਹ ਆਪਣੇ ਕੋਲ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਹੈ, ਜਿਹੜਾ ਇਹ ਹੈ, ਇਹ ਏਸ਼ੀਆ ਦਾ ਇੱਕ ਤਰ੍ਹਾਂ ਦਾ ਬਿਗੈਸਟ ਅੰਡਰ ਵਾਟਰ ਮੈਰਾਈਨ ਮਿਊਜ਼ੀਅਮ ਹੋਊਗਾ ਇਹਦੇ ਵਿੱਚ, ਠੀਕ ਹੈ, ਇੱਕ ਤਰ੍ਹਾਂ ਦਾ ਏਸ਼ੀਆ ਦਾ ਬਿਗੈਸਟ ਅੰਡਰ ਵਾਟਰ ਮੈਰਾਈਨ ਮਿਊਜ਼ੀਅਮ ਇਹਦੇ ਵਿੱਚ ਹੋਊਗਾ। ਇੰਡੀਆ ਦਾ ਵੀ ਨਹੀਂ, ਏਸ਼ੀਆ ਦਾ ਬਿਗੈਸਟ ਅੰਡਰ ਵਾਟਰ ਮੈਰਾਈਨ ਮਿਊਜ਼ੀਅਮ ਜਿਹੜਾ ਇਹ ਕੰਪਲੈਕਸ ਦੇ ਵਿੱਚ ਹੋਊਗਾ। ਅਤੇ ਏਸ਼ੀਆ ਦਾ ਬਿਗੈਸਟ ਅਤੇ ਇੰਡੀਆ ਦਾ ਇੱਕ ਤਰ੍ਹਾਂ ਦਾ ਗ੍ਰੈਂਡੈਸਟ ਆਪਾਂ ਨੈਵਲ ਮਿਊਜ਼ੀਅਮ ਕਹਿ ਸਕਦੇ ਹਾਂ, ਠੀਕ ਹੈ, ਜਿਹਦੇ ਵਿੱਚ ਨੇਵੀ ਦੇ ਰਿਲੇਟਡ ਹੋਣਗੇ, ਠੀਕ ਹੈ। ਤਾਂ ਮਤਲਬ ਹੁਣ ਇਹ ਨਿਊਜ਼ ਦੇ ਵਿੱਚ ਕਾਹਤੋਂ ਸੀਗਾ, ਜਿਹੜਾ ਇਹ ਪੋਰਟਸ ਦੀ ਮਿਨਿਸਟਰੀ ਆਫ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼, ਉਹਨਾਂ ਨੇ ਪ੍ਰੋਜੈਕਟ ਨੂੰ ਰਿਵਿਊ ਕੀਤਾ ਦੁਬਾਰਾ, ਇੱਕ ਤਰ੍ਹਾਂ ਦੇ ਇਹਨੂੰ ਦੇਖਿਆ ਵੀ ਇਹ ਪ੍ਰੋਜੈਕਟ 'ਚ ਕੀ ਕੁਛ ਹੋਊਗਾ। ਤਾਂ ਇਹ ਪ੍ਰੋਜੈਕਟ ਹੈ ਜਿਹੜਾ ਇਹ ਕੰਪਲੈਕਸ ਹੈ ਕਿੱਥੇ ਖੋਲ੍ਹਣ ਜਾ ਰਹੇ ਹੈ, ਲੋਥਲ ਗੁਜਰਾਤ ਦੇ ਵਿੱਚ। ਅਤੇ ਇਹ ਜਿਹੜਾ ਇਹ ਮਿਊਜ਼ੀਅਮ ਕੰਪਲੈਕਸ ਹੋਊਗਾ, ਇਹਦੇ ਅੰਦਰ ਏਸ਼ੀਆ ਦਾ ਬਿਗੈਸਟ ਵਾਟਰ ਮੈਰਾਈਨ ਮਿਊਜ਼ੀਅਮ ਬਣੂਗਾ, ਠੀਕ ਹੈ। ਤਾਂ ਇੰਪੋਰਟੈਂਟ ਹੈ। ਤਾਂ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਲੋਥਲ ਗੁਜਰਾਤ ਦੇ ਵਿੱਚ, ਠੀਕ ਹੈ। ਤਾਂ ਲੋਥਲ ਆਪਾਂ ਨੂੰ ਪਤਾ ਵੀ ਇੰਡਸ ਵੈਲੀ ਦੀ ਸਾਈਟ ਹੈ ਨਾ, ਤਾਂ ਇੰਪੋਰਟੈਂਟ ਹੈ। ਅੱਗੇ ਆ ਗਿਆ ਆਪਣੇ ਕੋਲ ਹਰਿਤ ਸਾਗਰ ਗ੍ਰੀਨ ਪੋਰਟ ਗਾਈਡਲਾਈਨਸ 2023। ਤਾਂ ਇਹ ਕਿਹਦੇ ਦੁਆਰਾ ਇਹ ਲਾਂਚ ਕੀਤਾ ਗਿਆ ਅਤੇ ਕੀ ਇਹਦਾ ਏਮ ਹੈ। ਤਾਂ ਜਿਹੜਾ ਇਹ ਆਪਣੇ ਕੋਲ ਗਾਈਡਲਾਈਨਸ ਨੇ, ਇਹ ਮਿਨਿਸਟਰੀ ਆਫ ਪੋਰਟਸ, ਸ਼ਿਪਿੰਗ ਅਤੇ ਵਾਟਰਵੇਜ਼, ਜਿਹਦਾ ਮਿਨਿਸਟਰ ਕੌਣ ਹੈ, ਸਰਬਾਨੰਦ ਸੋਨੋਵਾਲ, ਠੀਕ ਹੈ, ਉਹਨਾਂ ਦੁਆਰਾ ਇਹਨੂੰ ਲਾਂਚ ਕੀਤਾ ਗਿਆ। ਇਹਦਾ ਏਮ ਹੈ ਵੀ ਜ਼ੀਰੋ ਕਾਰਬਨ ਐਮਿਸ਼ਨ ਨੂੰ ਆਪਾਂ ਨੇ ਅਚੀਵ ਕਰਨਾ। ਤਾਂ ਜ਼ੀਰੋ ਕਾਰਬਨ, ਮੈਂ ਤੁਹਾਨੂੰ ਪਹਿਲਾਂ ਹੀ ਬਹੁਤ ਵਾਰੀ ਆਖਿਆ, ਜ਼ੀਰੋ ਕਾਰਬਨ ਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਾਰਬਨ ਜਮੀ ਨਾ ਮਿਟ ਕਰੀਏ। ਇਹਦਾ ਮਤਲਬ ਇਹ ਹੈ ਵੀ ਜਿੰਨੀ ਕਾਰਬਨ ਆਪਾਂ ਮਿਟ ਕਰ ਰਹੇ ਹਾਂ ਵੀ ਓਨੀ ਅਬਜ਼ੋਰਬ ਵੀ ਕਰ ਰਹੇ ਹਾਂ, ਠੀਕ ਹੈ, ਮਤਲਬ ਵੀ ਪੌਦੇ ਵਗੈਰਾ ਲਾ ਰਹੇ ਹਾਂ ਉਨੇ, ਠੀਕ ਹੈ। ਤਾਂ ਇਸ ਤਰ੍ਹਾਂ, ਤਾਂ ਹਰਿਤ ਸਾਗਰ ਗ੍ਰੀਨ ਪੋਰਟ ਗਾਈਡਲਾਈਨਸ 2023 ਕਿਹਦੇ ਦੁਆਰਾ ਲਾਂਚ ਕੀਤੀਆਂ, ਕਿਹੜੀ ਮਿਨਿਸਟਰੀ ਦੁਆਰਾ ਲਾਂਚ ਕੀਤੀਆਂ ਗਈਆਂ। ਤਾਂ ਉਹਦੇ ਦੇਖੋ, ਹਰਿਤ ਮਤਲਬ ਗ੍ਰੀਨ, ਸਾਗਰ ਮਤਲਬ ਇੱਕ ਤਰ੍ਹਾਂ ਦਾ ਸਮੁੰਦਰ, ਹੈ ਨਾ। ਤਾਂ ਸਮੁੰਦਰ, ਤਾਂ ਮਿਨਿਸਟਰੀ ਵੀ ਕਿਹੜੀ ਆਊਗੀ ਫਿਰ, ਸਮੁੰਦਰਾਂ ਦੀ ਮਿਨਿਸਟਰੀ ਆਫ ਪੋਰਟਸ, ਸ਼ਿਪਿੰਗ ਐਂਡ ਵਾਟਰਵੇਜ਼, ਠੀਕ ਹੈ। ਹਰਿਤ ਸਾਗਰ ਗ੍ਰੀਨ ਪ੍ਰੋਜੈਕਟ ਤੋਂ ਮਤਲਬ ਜ਼ੀਰੋ ਕਾਰਬਨ ਐਮਿਸ਼ਨ ਦੇ ਰਿਲੇਟਡ ਇਹ ਪ੍ਰੋਜੈਕਟ ਹੈ, ਠੀਕ ਹੈ। ਨੈਕਸਟ, ਆਹ ਨਿਊਜ਼ ਕਾਫੀ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲ ਸਕਦੀ ਹੈ ਇਹ, ਠੀਕ ਹੈ। ਤਾਂ ਇਹ ਕੀ ਹੈ, ਪਹਿਲੀ ਫੀਮੇਲ ਅੰਪਾਇਰ ਜਿਹੜੀ ਮੈਨਸ ਦੇ T20 ਇੰਟਰਨੈਸ਼ਨਲ ਕ੍ਰਿਕਟ ਦੇ ਵਿੱਚ ਦਿਖੀ। ਆਹ ਇਹਦੀ ਫੋਟੋ ਹੈ। ਤਾਂ ਇਹਦਾ ਨਾਮ ਹੈ ਕਿਮ ਕਾਟਨ, ਨਿਊਜ਼ੀਲੈਂਡ ਦੀ ਹੈ ਇਹ, ਪਹਿਲੀ ਫੀਮੇਲ ਅੰਪਾਇਰ ਬਣ ਗਈ ਜਿਹੜੀ ਮੈਨਸ ਦੀ T20 ਇੰਟਰਨੈਸ਼ਨਲ ਕ੍ਰਿਕਟ ਜਿਹਨੇ ਅੰਪਾਇਰਿੰਗ ਕੀਤੀ ਹੈ। ਮਤਲਬ ਵੀ ਫੁੱਲੀ ਜਿਹੜੇ ਟੈਸਟ ਪਲੇਇੰਗ ਨੇਸ਼ਨ ਨੇ ਉਹਨਾਂ ਦੀ ਜਿਹੜੀ ਟੀਮ ਸੀ, ਇੰਟਰਨੈਸ਼ਨਲ ਟੀਮ, ਉਹਨਾਂ ਦੇ ਵਿੱਚ ਇਹਨੇ ਅੰਪਾਇਰਿੰਗ ਕੀਤੀ ਸੀ। ਤਾਂ ਫਸਟ ਫੀਮੇਲ ਅੰਪਾਇਰ ਇਨ T20 ਇੰਟਰਨੈਸ਼ਨਲ, ਜੀ ਯਾਦ ਰੱਖਿਓ, ਕਿਮ ਕਾਟਨ ਨਿਊਜ਼ੀਲੈਂਡ ਦੀ। ਤਾਂ ਅੱਗੇ ਕੁਝ ਰਿਸੈਂਟਲੀ GI ਟੈਗਸ ਦਿੱਤੇ ਗਏ ਨੇ। GI ਟੈਗ ਕਦੋਂ ਦਿੱਤਾ ਜਾਂਦਾ, ਮਤਲਬ ਜਦੋਂ ਮੰਨ ਕੇ ਚਲੋ ਵੀ ਜਿਵੇਂ ਆਪਾਂ ਕਹਿ ਦਈਏ ਵੀ ਪਟਿਆਲਾ ਸ਼ਾਹੀ ਜੁੱਤੀ, ਤਾਂ ਉਹ ਜੁੱਤੀ ਇੱਕ ਤਰ੍ਹਾਂ ਦੀ ਵੀ ਮਸ਼ਹੂਰ ਹੈ ਪਟਿਆਲੇ ਦੀ, ਹੈ ਨਾ। ਜਿਵੇਂ ਉਹਨੂੰ ਆਪਾਂ ਜੇ ਕੱਲ੍ਹ ਨੂੰ GI ਟੈਗ ਮਿਲ ਜੇ ਤਾਂ ਵੀ ਫਿਰ ਉਹ GI ਟੈਗ ਹੁੰਦਾ ਵੀ ਇਹ ਚੀਜ਼ ਵੀ ਉਹ ਉੱਥੋਂ ਦੀ ਹੀ ਇੱਕ ਤਰ੍ਹਾਂ ਦੀ ਮਸ਼ਹੂਰ ਮੰਨੀ ਜਾਊਗੀ, ਫਿਰ ਕੋਈ ਹੋਰ ਨਹੀਂ ਹੈਗਾ। ਜਿਵੇਂ ਬਰੇਟੇ ਵਾਲੇ ਨਹੀਂ ਪਟਿਆਲਾ ਸ਼ਾਹੀ ਜੁੱਤੀ ਕਹਿ ਕੇ ਵੇਚ ਸਕਦੇ, ਠੀਕ ਹੈ। ਤਾਂ ਉਵੇਂ ਹੁਣ ਜਿਹੜੀ ਆਪਣੇ ਕੋਲ ਆ GI ਟੈਗ ਨੇ, ਆਹ ਜਿਵੇਂ ਬਿਹਾਰ ਨੂੰ ਵੀ ਮਿਲੇ ਨੇ, ਕੇਰਲਾ ਨੂੰ ਵੀ ਮਿਲੇ ਨੇ, ਯੂਪੀ ਨੂੰ ਵੀ ਮਿਲੇ ਨੇ। ਸਭ ਤੋਂ ਵੱਧ ਜਿਹੜੇ ਕੇਰਲਾ ਨੂੰ ਮਿਲੇ ਨੇ 2022-23 ਦੇ ਫਾਈਨੈਂਸ਼ੀਅਲ ਈਅਰ 'ਚ। ਆਪਾਂ ਇੱਕ ਵਾਰੀ ਜਿਹੜੇ ਰਿਸੈਂਟ GI ਟੈਗਸ ਨੇ, ਇੱਕ ਵਾਰੀ ਉਹ ਸਾਰੇ GI ਟੈਗਸ ਨੂੰ ਪੜ੍ਹ ਲੈਣੇ। ਕਈ ਵਾਰ ਕੁਐਸਚਨ ਆ ਜਾਵੇ ਵੀ ਆਹ GI ਟੈਗ ਕਿਹੜੀ ਸਟੇਟ ਨੂੰ ਮਿਲੇ, ਠੀਕ ਹੈ। ਤਾਂ ਆਪਾਂ ਨੂੰ ਥੋੜ੍ਹਾ ਜਿਹਾ ਆਈਡੀਆ ਹੋਵੇ, ਇੱਕ ਵਾਰੀ ਆਨਸਰ ਹੋ ਜਾਊਗਾ ਆਪਣਾ, ਠੀਕ ਹੈ। ਚਲੋ ਦੇਖਦੇ ਹਾਂ ਫਿਰ। ਤਾਂ ਬਿਹਾਰ ਦੇ GI ਟੈਗ ਨੇ ਜਰਦਾਲੂ ਮੈਂਗੋ। ਪਹਿਲਾਂ ਤਾਂ ਨਾ ਮੈਂਗੋ ਵਾਲੇ ਦੇਖੋ, ਜਿਵੇਂ ਆਹ ਹੈਗਾ ਜਰਦਾਲੂ ਮੈਂਗੋ, ਆਹ ਉਰੇ ਹੈਗੇ ਹੈ ਕੁਟੀਆ ਟੋਰ ਮੈਂਗੋ, ਠੀਕ ਹੈ। ਆਹ ਉਰੇ ਹੈਗਾ ਲੰਗੜਾ ਮੈਂਗੋ।
ਹੁਣ ਕਈ ਵਾਰ ਆਪਣੇ ਵਰਗਾ ना मैंगो याद कर रहे हैं भी मैंगो वेले बिहार टिक करांगे है ना। तो देखो मैंगो केरला नूं भी मिले है, ठीक है, यूपी नूं भी मिले है। तो यूपी वाले पासे याद कर लो लांगड़ा मैंगो यूपी, केती केरला, केती कुट्टिया होया मैंगो, कुट्टिया होया मैंगो केरला। तो जिहड़ा बच गया जरदालू मैंगो वो कित्थों दा, बिहार दा। उदों बाद च बाकी देखो जिवें आ राइस वाले दा देखो जिवें आ रे इक्के है जिवें और खैपड़ राइस जिहड़ा केरला दा उर दुबारे फिर केती केरला, केती खैपड़ राइस, ठीक है। खैपड़ थप्पड़ बस कुट्टने वाले केरला तो याद कर लो ये तो है ना। जिवें कुट्टिया और खैपड़ मतलब थप्पड़ राइस। बाकी सारियां जे राइस आ गई जिवें अपने कोले कटारनी राइस, मरचा राइस, ठीक है, वो कित्थों दियां ने, बिहार दियां, ठीक है। कटारनी राइस ते मरचा राइस। उस तो बाद पान बिहार दी है, मगाही पान। उस तो बाद मखाना मिथिला मखाना। उस तो बाद मधुबानी पेंटिंग्स, ठीक है। ये सारे के सारे GI टैग नूं मिले ने बिहार नूं। दुबारे आप एक बार थोड़ा इनू रिलेट कर देंगे। तो मैंगो जरदालू मैंगो, उस तो बाद मगाही पान, फिर कटारनी राइस, मखाना मिथाली मखाना, उस तो बाद मधुबानी पेंटिंग्स ते मरचा राइस। केरला दे जिवें चिली एक तां जिवें करेला, केरला स्टेट नूं आपां एक तरह का करेले नाल याद करिया करांगे ना। तो करेला मिर्च चिली मतलब है ना, एदियोर चिली। उस तो बाद तुहानूं आखिया कुट्टिया होया मैंगो केरला दा। उस तो बाद खैपड़ राइस मतलब थप्पड़ राइस भी केरला दी। उस तो बाद होर आपां इहनूं किवें याद करांगे, ओनाट टुकरा सेशम, ठीक है। एक तरह का प्रनाउंसिएशन ही दस रही है ना भी ये तुक्का जलाना होया आपां केरला तमिलनाडु कहीं जावांगे तो इहनूं केरला। उस तो बाद तायरूर बैटल लीफ केरला, स्क्रू पाइन क्राफ्ट केरला, मालाबार पैपर केरला, मसालियां वास्ते ना देखो केरला बहुत मशहूर है ना। उस तो बाद आ गया अपने कोले कसारागोड साड़ीज़, ठीक है, कसारागोड साड़ीज़ ये भी केरला। तो सब तो वध GI टैग 2022-23 दे विच केरला नूं मिले ने, ठीक है। तो आपां ने मेन जिहड़े GI टैग ने वो लिखे ने, ठीक है। उस तो बाद आ गया अपने कोले यूपी दे। देखो एक तो अपने कोल हैगी है मगाही पान, ठीक है। मगाई पान एक तरह का ला लो, मगाई पान। बिहार वाले ने पान मंगाई है, तो यूपी वाले पान ज़्यादा खाते हैं, तो उन्होंने आपां बोलते हैं बनारसी पान आ गया यूपी। जे आ गया मगाई पान तो आपां कह देंगे बिहार, ठीक है। उस तो बाद लांगड़ा मैंगो यूपी, रामनगर भंता ये भी अपने कोल कित्थों दा, यूपी दा। उस तो बाद चनदौसीज़ आदमचीनी चावल, आदमचीनी राइस है, ठीक है। चनदौसीज़ आदमचीनी राइस या आदमचीनी चौल ये भी कित्थों दे ने, यूपी दे, ठीक है। तो इन्होंने एक दो बारी रिवाइज़ कर लियो, ये GI टैग याद हो जाएंगे, ठीक है। उस तो बाद अगे आ गया अपने कोले शशन अपल्या दरी इनीशिएटिव। ये कित्थों दा, किहड़ी स्टेट दा, तो महाराष्ट्र का इनीशिएटिव है। कादे वास्ते है ये, एक तरह का गौरमेंट एट योर डोर स्टैप, जिवें आपां कहंदे ने भी सरकार आपके द्वार है ना। अपने CM साहब पंजाब दे ने भी आए सी मानसा ना, ਜਾਂ सारी होर डिस्ट्रिक्ट भी आए होणगे, सरकार आपके और उरे की है भी घर दे बाहर ही भी जमा गेट ती सरकार दी जिहड़ियां स्कीमां दा लाभ है आपां नूं अपने घर दे गेट दी मिलूगा। गवर्नमेंट एट योर डोर स्टैप इनीशिएटिव ये महाराष्ट्र सरकार का एक तरह देखो ऐं कह सकते ना भी महान घैंट है ना, महान इनीशिएटिव है ये, ठीक है। जिहदा आपां नूं मतलब समझ आ गया, ये पहला स्कीम समझ लो, शशन अपल्या दरी इनीशिएटिव। ਇਹਦਾ मतलब की है भी गौरमेंट ਤੁਹਾਡੇ घर के बारे ही ਤੁਹਾਨੂੰ फैसिलिटी दे के आऊगी। तो महान या काम है, तो महान का मतलब महाराष्ट्र के किहड़े CM ने लॉन्च की है स्कीम, एकनाथ शिंदे। इस स्कीम का एम की है ਤੁਹਾਨੂੰ दस दिता भी टू प्रोवाइड द बेनीफिट्स ऑफ गौरमेंट स्कीम्स एट वन प्लेस। एक तरह के अपने डोर स्टैप से ही आपको अपनी गौरमेंट दी जिहड़ियां फैसिलिटीज़ ने वो मिल जानियां, ठीक है। तो स्कीम या इनीशिएटिव का याद रखियो महाराष्ट्र गौरमेंट का, ठीक है। चलो अगे नैक्सट न्यूज़ वाल चलते हैं आपां। इंटरनेशनल म्यूजियम डे ये 18 मई को मनाया जाता है। इंटरनेशनल म्यूजियम डे थीम की सी इस बारी, म्यूजियम्स सस्टेनेबिलिटी एंड वैलबींग। सस्टेनेबिलिटी की होंगी है, तुहानूं पहले ही बहुत बारी आख्या टर्म इंपॉर्टेंट है भी आप चीज़ों इस तरह यूज़ करना भी अपन आने वाली जनरेशनस भी वह फ़ायदा लै सकन, ठीक है। तो ये थीम सीगा इंटरनेशनल म्यूजियम डे का, म्यूजियम सस्टेनेबिलिटी एंड वैलबींग। तो उन्होंने म्यूजियम्स के उपर दो म्यूजियम बहुत ज़्यादा तंग करते हैं, तो पेपर च पुछदा बहुत है नैशनल म्यूजियम कित्थे है, इंडियन म्यूजियम कित्थे है।
जे तो पुछूँ नैशनल म्यूजियम कित्थे है, तो आंसर आऊगा न्यू दिल्ली। पर जे पुछूँ इंडियन म्यूजियम कित्थे है, फिर आंसर आऊगा कोलकाता। याद रखियो दोनों कन्फ्यूजिंग ने। जिहड़ा इंडियन म्यूजियम है, याद रखियो इंडिया का लारजैसट तो ओल्डेस्ट म्यूजियम है। इंडिया का लारजैसट म्यूजियम पुछ ले तां भी इंडियन म्यूजियम, ओल्डेस्ट पुछ ले तां भी इंडियन म्यूजियम। तो कई बार आपां नूं लगूगा भी इंडियन है भी यार न्यू दिल्ली च होगा, है ना, तो अपने को न्यू दिल्ली च नहीं, कित्थे कोलकाता दे विच। पर जे नैशनल म्यूजियम पूछूगा तो अपने को जिहड़ी अपनी नैशनल कैपिटल है न्यू दिल्ली दे विच, ठीक है। तो इंटरनेशनल म्यूजियम डे 18 मई, थीम अपने तुहानूं दसता म्यूजियम सस्टेनेबिलिटी एंड वैलबींग। उस तो बाद FAO का हैड, FAO की है सारिਆਂ ਨੂੰ पता है भी फूड एंड एग्रीकल्चर ऑर्गेनाइजेशन। एक ना आइडिया यार इंटरनेशनल ऑर्गेनाइजेशनस ने, इन्हां दे हैडकुआर्टर्स नूं याद होने चाहिए ने। तो इन्हां बारे जिवें UNO बारे, यूरोपीयन यूनीयन बारे, ठीक है, इन्हां बारे तुहानूं पता होना चाहिए। आपां ने मतलब एक अलग तो प्ले लिस्ट भी बनाई हुई है, हजे उह 'च हैडकुआर्टर करवाने रहिंदे ने। तो कोशिश करूँगा भी जिहड़ी मेरी करंट अफेयर तो बाद नैक्सट वीडियो होगी वो अपने को हैडकुआर्टर्स के उपर ही हो, ठीक है, जिस मैं तुहानूं हैडकुआर्टर्स याद करवाने की कोशिश करूँगा भी कोई भी इंटरनेशनल ऑर्गेनाइजेशन कदों बनी, ਉਹਦਾ हैडकुआर्टर कित्थे, ਉਹਦੇ हैड का नाम की है। हैड चेंज होंदे जाणगे, हैड नूं तुसीं पेंसिल नाल लिख लिओ, बाद जिमें जिमें चेंज होई गया उत्थे पेंसिल नाल इरेज करके अगला लिखता। बाकी सारियां जिमें कदों बनी, हैडकुआर्टर कित्थे ने, वो पैन नाल लिख लांगे। तो आपां जिमें जिमें न्यूज़ दे विच आई जाणगे उवें पढ़ी चलांगे। FAO इंपॉर्टेंट है, फूड एंड एग्रीकल्चर ऑर्गेनाइजेशन। फूड वाली किसी भी ऑर्गेनाइजेशन के जे हैडकुआर्टर आ गए, तुक्का लाउणा होया तो रोम इटली ही लाइओ, ठीक है। तो अपने कोले FAO के हैडकुआर्टर कित्थे ने, रोम इटली दे विच। कदों बनी ये, 16 अक्तूबर 1945 दे विच। फूड एंड एग्रीकल्चर ऑर्गेनाइजेशन 1945 दे विच। इहदा जिहड़ा हैड है रीइलैक्ट ही होया, पहला भी यही सीगा, हुण भी यही है, अनअपोज्ड, मतलब विरोध कोई खड़े नहीं होया। की नाम है इहदा, क्यू डोंगियू, आ से, ठीक है, बंदे दी फोटो। आह रीइलैक्ट हो गया FAO का हैड, फूड एंड एग्रीकल्चर ऑर्गेनाइजेशन का हैड यही है, चाइना का ये बंदा है, क्यू डोंगियू, ठीक है, क्यू डोंगियू, ठीक है। एवें जिहनूं किवें भी रिलेट कर लिओ FAO दे नाल, फूड एंड एग्रीकल्चर ऑर्गेनाइजेशन, ठीक है। चलो उस तो बाद अगे आ गया अपने को SAFF चैंपीयनशिप 2023। देखो इनू मतलब वैसे चलो आपां किसी के नाम का है ना, आपां वो नहीं करना चाहिए, मजाक नहीं, पर इन्हूं एक याद करने का तरीका, चलो चाइनीज़ नेम आप याद कर लाँगे। तो चाइना वाले ना आपां पता भी अग सुभाਅ बहुत खाते हैं, कीड़े मकौड़े बहुत खाते हैं। तो जे अपने पिंडां च कह दीए ना, वो कहेंगे भी यार ये खा के तो डेंगू हो जू ना, एक तरह का डेंगू। उहीं बस सीधा रिलेट कराया, मैनूं पता भी खाण नाल नहीं डेंगू हुंदा, मच्छर नाल हुंदा है, पर एक याद करना चाहिए ना। देखो डेंगू वर्गा ना नहीं है, डोंगियू एक तरह का डेंगू। FAO का हैड कौन है, डेंगू, ऐ याद कर लो, है ना, चाइना का डेंगू। चलो अगे SAFF चैंपीयनशिप कित्थे हुई है, जित्तिया कौन है, इंडिया जित्ती है, तां करके इंपॉर्टेंट न्यूज़ है, ठीक है। पहला तो SAFF की फुल फॉर्म की है, साउथ एशियन फुटबॉल फैडरेशन, मतलब एक तरह का यह फुटबॉल का कप है SAFF। ये जिहड़े सैकटरीएट ने ये ढाका बंगलादेश के विच ने, मतलब एक तरह का एशियन फुटबॉल का कप है। जिवें आपां एशियन कप क्रिकेट चाहुंदे हैं, तो एवें फुटबॉल का एक तरह का एशियन नहीं, आपां साउथ एशियन कह सकते हैं, साउथ एशियन फुटबॉल फैडरेशन। ये हैडकुआर्टर ने बंगलादेश ढाका दे विच। तो यह हुण 2023 का बेंगलुरु कर्नाटका दे विच होया सी। पहला क्वेश्चन तो यही आऊगा भी जिहड़ा SAF बंगा बंधु चैंपीयनशिप 2023 की कित्थे हुई है, ये बेंगलुरु कर्नाटका दे विच। जित्तिया कौन है, इंडिया। इंडिया की यह 9वीं ट्रॉफी है, हुण तक 14 बारी होया SAFF चैंपीयनशिप, 14 बारियां चों 9 बारी अपनी इंडिया ही जित्ती है, ठीक है। इंडिया ने फाइनल च किहनूं हराया सी, कुवैत नूं, मतलब कुवैत सैकेंड रही है SAFF चैंपीयनशिप 2023 दे विच। सब तो वध जिहड़े गोल कीते वो किहने कीते, इंडिया का जिहड़ा अपने कोले कप्तान है सुनील छेत्री। तो याद रखियो ये एक पेपर च क्वेश्चन भी पूछा गया सी भी सुनील छेत्री किहड़ी खेड नाल एसोसीएटेड है। आपां नूं कई बार क्रिकेट दे तां पता हुंदे ने, फुटबॉल हॉकी कहीं आपां ध्यान ज़्यादा नहीं दिंदे, तो आपां नूं अपनी क्रिकेट टीम का, फुटबॉल टीम का, हॉकी टीम का कैप्टन पता होवे, हॉकी का तो पक्का ही पता हो, ठीक है। तो अपने कोले फुटबॉल का जिहड़ा अपना कैप्टन है वो किहड़ा, सुनील छेत्री। इन्हें सब तो वध गोल कीते सी, 6 गोल कीते सीगे SAF चैंपीयनशिप, SAFF चैंपीयनशिप, ठीक है, साउथ एशियन फुटबॉल फैडरेशन दे विच, ठीक है। तो दोबारे कित्थे हुई है, बेंगलुरु कर्नाटका दे विच। जित्तिया कौन है, इंडिया, 9वां टाइटल है, हराया किहनूं है, कुवैत नूं। सब तो वध जिहड़े गोल कीते ने, किहने कीते ने, सुनील छेत्री ने 6 गोल। SAFF दे हैडकुआर्टर कित्थे ने, ढाका बंगलादेश दे विच। नैक्सट न्यूज़ है अपने को 4th एशियन खो खो चैंपीयनशिप 2023। चौथी एशियन की खो खो चैंपीयनशिप हुई है, कित्थे हुई है, दोबारे जित्तिया कौन है, इंडिया।
SAFF ਸਾਊਥ ਏਸ਼ੀਅਨ ਫੁੱਟਬਾਲ ਚੈਂਪੀਅਨशिप ਆਪਾਂ ਜਿੱਤੇ हैं, खो खो चैंपीयनशिप भी ਆਪਾਂ ਜਿੱਤੇ हैं। ਇਹ 'ਚ ਆਪਾਂ ਨੇ ਹਰਾਇਆ ਨੇਪਾਲ ਨੂੰ, ਉੱਧਰ ਆਪਾਂ ਨੇ SAFF 'ਚ ਹਰਾਇਆ ਸੀ ਕੁਵੈਤ ਨੂੰ। SAFF ਹੋਈ ਸੀ ਆਪਣੇ ਕੋਲੇ ਕਰਨਾਟਕਾ ਦੇ ਵਿੱਚ, ਬੈਂਗਲੁਰੂ ਕਰਨਾਟਕਾ ਵਿੱਚ। ਤੇ ਜਿਹੜੀ 4th ਏਸ਼ੀਅਨ ਖੋ ਖੋ ਚੈਂਪੀਅਨशिप ਹੈ ਇਹ ਅਸਾਮ ਦੇ ਵਿੱਚ ਹੋਈ ਹੈ। ਕਿੱਥੇ? ਅਸਾਮ ਦੇ ਵਿੱਚ ਤਮਲਪੁਰ ਅਸਾਮ ਦੇ ਵਿੱਚ, ਠੀਕ ਹੈ। 4th ਏਸ਼ੀਅਨ ਆਸੇ ਦੇਖੋ ਤਮਲਪੁਰ ਹਾਇਰ ਸੈਕੰਡਰੀ ਸਕੂਲ, ਠੀਕ ਹੈ। BTR ਇਹ ਰੀਜ਼ਨ ਦਾ ਨਾਮ ਹੈ ਅਸਾਮ ਦੇ ਵਿੱਚ, ਅਸਾਮ, ਠੀਕ ਹੈ। BTR ਅਸਾਮ, ਠੀਕ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਆਹ ਕੰਟਰੀਜ਼ ਨੇ ਪਾਰਟੀਸਪੇਟ ਕੀਤਾ ਸੀਗਾ। ਟੋਟਲ ਆਪਣੇ ਕੋਲ ਕਿੰਨੀਆਂ ਹੋ ਗਈਆਂ? ਇਹ 10 ਕੰਟਰੀ ਸੀਗੀਆਂ ਅਤੇ ਜਿੱਤੀ ਕੌਣ? ਆਪਣੀ ਇੰਡੀਆ। ਅਤੇ ਫਾਈਨਲ ਮੈਚ ਆਪਣਾ ਕਿਹਦੇ ਨਾਲ ਸੀਗਾ? ਯਾਦ ਰੱਖਿਓ, ਨੇਪਾਲ ਨਾਲ, ਠੀਕ ਹੈ। ਇੰਡੀਆ ਵਰਸਿਸ ਨੇਪਾਲ ਆਪਣਾ ਫਾਈਨਲ ਸੀ। ਆਸੇ ਨੇਪਾਲ, ਇਹਨਾਂ ਨਾਲ ਆਪਣਾ ਫਾਈਨਲ ਸੀ। ਨੈਕਸਟ ਆ ਗਿਆ ਆਪਣੇ ਕੋਲ ਵਰਲਡ ਦੀ ਪਹਿਲੀ ਹਾਈਡਰੋਜਨ ਪਾਵਰਡ ਫੈਰੀ, ਠੀਕ ਹੈ। ਆਹ ਇੱਕ ਤਰ੍ਹਾਂ ਦੀ ਕਿਸ਼ਤੀ ਜੀ ਵਾਂਗੂ ਹੈ, ਹਾਈਡਰੋਜਨ ਪਾਵਰਡ ਫੈਰੀ। ਮਤਲਬ ਇਹ ਹਾਈਡਰੋਜਨ ਤੋਂ ਚੱਲਦੀ ਹੈ, ਲਿਕੁਇਡ ਹਾਈਡਰੋਜਨ ਤੋਂ, ਠੀਕ ਹੈ। ਇਹਦਾ ਨਾਮ ਇੰਪੋਰਟੈਂਟ ਹੈ, ਹਾਈਡਰਾ, ਮਤਲਬ ਹਾਈਡਰੋਜਨ, ਲਿਕੁਇਡ ਹਾਈਡਰੋਜਨ ਤੋਂ ਨਾ ਹਾਈਡਰਾ ਹੀ ਨਾਮ ਹੈ, MF ਹਾਈਡਰਾ। ਯਾਦ ਰਹੇ, ਕਰਨਾ ਸੌਖਾ ਹੀ ਹੈ। ਇੰਡੀਆ ਵਰਲਡ ਦੀ ਪਹਿਲੀ, ਇੰਡੀਆ ਦੀ ਵੀ ਨਹੀਂ, ਵਰਲਡ ਦੀ ਪਹਿਲੀ ਜਿਹੜੀ ਆਪਣੇ ਕੋਲੇ ਸੌਰੀ ਇੰਡੀਆ ਦੀ ਤਾਂ ਹੈਗੀ ਵੀ ਨਹੀਂ, ਇਹ ਨਾਰਵੇ ਦੀ ਹੈ। ਤਾਂ ਵਰਲਡ ਦੀ ਪਹਿਲੀ ਲਿਕੁਇਡ ਹਾਈਡਰੋਜਨ ਪਾਵਰਡ ਫੈਰੀ, ਕੀ ਨਾਮ ਹੈ ਉਹਦਾ? MF ਹਾਈਡਰਾ। ਕਿਹਦੇ ਦੁਆਰਾ ਲਾਂਚ ਕੀਤੀ ਗਈ? ਨੋਰਲੈਂਡ ਇੱਕ ਤਰ੍ਹਾਂ ਦੀ ਨਾਰਵੇ ਦੀ ਕੰਪਨੀ ਹੈ ਨੋਰਲੈਂਡ, ਠੀਕ ਹੈ। ਤਾਂ ਫਸਟ ਲਿਕੁਇਡ ਹਾਈਡਰੋਜਨ ਪਾਵਰਡ ਫੈਰੀ ਹਾਈਡਰਾ ਨਾਂ ਹੈ ਉਹਦਾ, ਠੀਕ ਹੈ। ਅੱਗੇ ਆਪਣੇ ਕੋਲੇ ਸਟੈਨਫੋਰਡ ਯੂਨੀਵਰਸਿਟੀ ਨੇ AI ਇੰਡੈਕਸ ਰਿਪੋਰਟ ਦਿੱਤੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ। ਹੁਣ ਆਪਾਂ ਨੂੰ ਪਤਾ ਵੀ ਅੱਜ ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ ਨਾ, ਜਿਵੇਂ ਆਪਣਾ ਗੂਗਲ ਦਾ ਜਿਵੇਂ ਚੈਟ GPT ਚੱਲ ਰਿਹਾ ਹੈ, ਗੂਗਲ ਦਾ ਨਹੀਂ ਹੈਗਾ ਸੌਰੀ, ਇਹ ਆਪਾਂ ਪਿਛਲੀ ਕਲਾਸ 'ਚ ਵੀ ਡਿਸਕਸ ਕੀਤਾ, ਹਾਂਜੀ, ਓਪਨ AI ਦਾ, ਠੀਕ ਹੈ। ਤਾਂ ਬਾਈ ਆਪਸ਼ਨ ਆਪਣੇ ਯਾਦ ਹੋ ਜਾਂਦਾ ਈਜ਼ੀਲੀ। ਤਾਂ ਓਪਨ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਚੈਟ GPT ਲਾਂਚ ਕੀਤਾ। ਹੋਰ ਵੀ ਆਪਾਂ ਨੇ, ਠੀਕ ਹੈ, ਮੈਟਾ ਨੇ ਲਾਂਚ ਕੀਤਾ ਸੀਗਾ ਇੱਕ, ਠੀਕ ਹੈ, ਉਹ ਵੀ ਆਪਾਂ ਨੇ ਦੇਖਿਆ ਸੀ। ਤਾਂ ਹੁਣ ਆਪਣੇ ਕੋਲੇ ਸਟੈਨਫੋਰਡ ਯੂਨੀਵਰਸਿਟੀ ਹੈ, ਇਹਨੇ ਰੈਂਕਿੰਗ ਦਿੱਤੀ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਡੈਕਸ ਰਿਪੋਰਟ। ਇਹਨੇ ਆਖਿਆ ਵੀ ਕਿਹੜੀਆਂ ਕੰਟਰੀ ਨੇ ਜਿਹੜੀਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਸਭ ਤੋਂ ਵੱਧ ਇਨਵੈਸਟ ਕਰ ਰਹੀਆਂ ਨੇ। ਤਾਂ ਪਹਿਲੇ ਤੇ ਇਹਨੇ ਰੱਖਿਆ USA ਨੂੰ, ਦੂਜੇ ਤੇ ਰੱਖਿਆ ਚਾਈਨਾ ਨੂੰ, ਠੀਕ ਹੈ। ਤਾਂ ਯਾਦ ਰੱਖੋ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਸਟੈਨਫੋਰਡ ਯੂਨੀਵਰਸਿਟੀ ਦੇ ਅਕੋਰਡਿੰਗ ਸਭ ਤੋਂ ਵੱਧ ਇਨਵੈਸਟ ਕਰ ਰਿਹਾ USA, ਦੂਜੇ ਤੇ ਚਾਈਨਾ। ਇੰਡੀਆ ਕਿੰਨੇਵੇਂ ਤੇ ਹੈ? 5ਵੇਂ ਤੇ, ਮਤਲਬ ਘੈਂਟ ਹੈ, ਆਪਾਂ ਵੀ ਵਧੀਆ ਅੱਗੇ, ਵਧੀਆ ਰੈਂਕ ਹੈ ਆਪਣਾ, ਠੀਕ ਹੈ। ਤਾਂ ਸਟੈਨਫੋਰਡ ਯੂਨੀਵਰਸਿਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ 'ਚ ਆਪਾਂ ਨੂੰ ਕਿੰਨੇਵੇਂ ਤੇ ਆਖਿਆ? 5ਵੇਂ ਤੇ। ਨੈਕਸਟ, ਵਰਲਡ ਦਾ 3rd ਲਾਰਜੈਸਟ ਕ੍ਰਿਕਟ ਸਟੇਡੀਅਮ ਕਿੱਥੇ ਬਣਨ ਜਾ ਰਿਹਾ? ਹਜੇ ਬਣਿਆ ਨਹੀਂ, ਬਣਨ ਜਾ ਰਿਹਾ। ਵਰਲਡ ਦਾ 3rd ਲਾਰਜੈਸਟ, ਤਾਂ 3rd ਲਾਰਜੈਸਟ ਹੈ, ਪਹਿਲਾਂ ਆਪਾਂ 1st ਲਾਰਜੈਸਟ ਲੱਭ ਲਈਏ, ਉਹ ਇੰਡੀਆ ਦੇ ਵਿੱਚ ਹੀ ਹੈ। ਵਰਲਡ ਦਾ ਜਿਹੜਾ ਸਭ ਤੋਂ ਲਾਰਜੈਸਟ ਕ੍ਰਿਕਟ ਸਟੇਡੀਅਮ ਹੈ ਉਹ ਕਿਹੜਾ ਆਪਣੇ ਕੋਲੇ? ਨਰਿੰਦਰ ਮੋਦੀ ਸਟੇਡੀਅਮ। ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਗੁਜਰਾਤ ਦੇ ਵਿੱਚ, ਉਹਦਾ ਨਾਮ ਕੀ ਰੱਖਿਆ? ਨਰਿੰਦਰ ਮੋਦੀ ਸਟੇਡੀਅਮ। ਦੁਨੀਆ ਦਾ 2nd ਲਾਰਜੈਸਟ ਕ੍ਰਿਕਟ ਸਟੇਡੀਅਮ ਉਹ ਕਿਹੜਾ ਆਪਣੇ ਕੋਲੇ? ਆਸਟ੍ਰੇਲੀਆ ਦਾ ਮੈਲਬੌਰਨ ਕ੍ਰਿਕਟ ਗਰਾਊਂਡ, ਠੀਕ ਹੈ, ਮੈਲਬੌਰਨ ਕ੍ਰਿਕਟ ਗਰਾਊਂਡ। ਹੁਣ ਇੰਡੀਆ ਦਾ ਪਹਿਲੇ ਨੰਬਰ 'ਤੇ ਨਰਿੰਦਰ ਮੋਦੀ ਸਟੇਡੀਅਮ। ਹੁਣ ਵਰਲਡ ਦਾ 3ਜੇ ਨੰਬਰ 'ਤੇ ਵੀ ਆਪਣਾ ਹੋਊਗਾ, ਉਹਦਾ ਨਾਮ ਰੱਖਿਆ ਜਾਊਗਾ ਅਨਿਲ ਅਗਰਵਾਲ ਦੇ ਨਾਮ 'ਤੇ, ਇੱਕ ਤਰ੍ਹਾਂ ਦਾ ਇਮੇਜ ਹੋਊਗਾ, ਅਨਿਲ ਅਗਰਵਾਲ ਸਟੇਡੀਅਮ। ਅਨਿਲ ਅਗਰਵਾਲ ਦੇ ਨਾਮ ਦੇ ਉੱਪਰ ਨਾਮ ਰੱਖਿਆ ਜਾਊਗਾ। ਕਿੱਥੇ? ਜੈਪੁਰ ਰਾਜਸਥਾਨ ਦੇ ਵਿੱਚ ਇਹ ਬਣਨ ਜਾ ਰਿਹਾ, ਠੀਕ ਹੈ। ਤਾਂ ਵਰਲਡ ਦਾ, ਇੰਡੀਆ ਦਾ ਵੀ ਨਹੀਂ, ਵਰਲਡ ਦਾ 3rd ਲਾਰਜੈਸਟ, ਇੰਡੀਆ ਦਾ 2nd ਲਾਰਜੈਸਟ ਹੋਊਗਾ ਕਿਉਂਕਿ ਪਹਿਲਾਂ ਤਾਂ ਨਰਿੰਦਰ ਮੋਦੀ ਵੀ ਹੈ। ਅਤੇ ਇੰਡੀਆ ਦਾ 2nd ਲਾਰਜੈਸਟ ਅਤੇ ਵਰਲਡ ਦਾ 3rd ਲਾਰਜੈਸਟ ਕ੍ਰਿਕਟ ਸਟੇਡੀਅਮ ਕਿੱਥੇ ਬਣ ਜਾ ਰਿਹਾ? ਜੈਪੁਰ ਰਾਜਸਥਾਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਕਿਹੜੀ ਕੰਪਨੀ ਦੁਆਰਾ ਬਣਾ ਰਿਹਾ ਇਹ? ਵਿਦਾਂਤਾ ਹਿੰਦੁਸਤਾਨ ਜ਼ਿੰਕ ਲਿਮਟਿਡ, ਵਿਦਾਂਤਾ ਹਿੰਦੁਸਤਾਨ ਜ਼ਿੰਕ ਲਿਮਟਿਡ। ਕੀ ਕੋਈ ਯਾਦ ਰੱਖਣਾ? ਵਰਲਡ ਦਾ 3rd ਲਾਰਜੈਸਟ ਕ੍ਰਿਕਟ ਸਟੇਡੀਅਮ ਕਿੱਥੇ ਬਣ ਰਿਹਾ? ਜੈਪੁਰ ਰਾਜਸਥਾਨ। ਕਿਹਦੇ ਨਾਮ ਉੱਪਰ ਬਣ ਰਿਹਾ? ਅਨਿਲ ਅਗਰਵਾਲ। ਕਿਹੜੀ ਕੰਪਨੀ ਬਣਾ ਰਹੀ ਹੈ? ਵਿਦਾਂਤਾ ਹਿੰਦੁਸਤਾਨ ਜ਼ਿੰਕ ਲਿਮਟਿਡ, ਠੀਕ ਹੈ। ਅੱਗੇ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 2023 ਇਹ ਕਿੱਥੇ ਹੋਈ ਹੈ? ਜਿੱਤਿਆ ਕੌਣ ਹੈ? ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 2023 ਬੁਸਾਨ, ਮਤਲਬ ਕੋਰੀਆ ਦੇ ਵਿੱਚ ਇੱਕ ਤਰ੍ਹਾਂ ਦਾ ਹੋਇਆ, ਰਿਪਬਲਿਕ ਆਫ ਕੋਰੀਆ ਦੇ ਵਿੱਚ ਇੱਕ ਜਗ੍ਹਾ ਹੈ ਬੁਸਾਨ, ਉੱਥੇ ਇਹ ਹੋਈ ਹੈ। ਇੰਪੋਰਟੈਂਟ ਕਾਹਤੋਂ ਹੈ? ਇੰਡੀਆ ਜਿੱਤੀ ਹੈ। ਤਾਂ ਜਿਹੜੀ ਕੋਈ, ਜੇ ਮੰਨ ਕੇ ਚਲੋ ਪੇਪਰ 'ਚ ਤੁੱਕਾ ਲਾਉਣਾ ਹੋਇਆ ਨਾ, ਵੀ ਕੋਈ ਤੁਹਾਨੂੰ ਖੇਡ ਦੱਸਤੀ ਕੋਈ ਵੀ ਭਾਈ ਫਲਾਣੀ ਚੈਂਪੀਅਨਸ਼ਿਪ ਕੌਣ ਜਿੱਤਿਆ, ਜੇ ਆਪਸ਼ਨ 'ਚ ਇੰਡੀਆ ਹੋਇਆ, ਜੇ ਤਾਂ ਤੁਹਾਨੂੰ ਆਉਂਦਾ ਵੀ ਪੱਕਾ ਹੀ ਪਤਾ ਵੀ ਭਾਈ ਹਾਂ ਈਰਾਨ ਜਿੱਤਿਆ, ਫਿਰ ਤਾਂ ਈਰਾਨ ਹੀ ਲਾਉਂਗੇ। ਮੰਨ ਕੇ ਚਲੋ ਤੁਹਾਨੂੰ ਜਮੀ ਨਹੀਂ ਪਤਾ, ਤੁਸੀਂ ਤੁੱਕਾ ਲਾਉਣਾ ਤਾਂ ਇੰਡੀਆ ਲਾਈਓ, ਕਿਉਂਕਿ ਜ਼ਿਆਦਾਤਰ ਐਗਜ਼ਾਮ ਦੇ ਵਿੱਚ ਉਹੀ ਕੁਐਸਚਨ ਆਊਗਾ ਜਿਹ 'ਚ ਇੰਡੀਆ ਕਿਤੇ ਨਾ ਕਿਤੇ ਨਿਊਜ਼ ਦੇ ਵਿੱਚ ਰਿਹਾ ਹੋਊਗਾ। ਤਾਂ ਆਪਣੇ ਕੋਲੇ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 2023 ਦੀ ਕੌਣ ਜਿੱਤੀ? ਆਪਣੇ ਕੋਲੇ ਇੰਡੀਆ ਆਸੇ, ਠੀਕ ਹੈ, ਚੈਂਪੀਅਨ ਨੇ। ਅਤੇ ਫਾਈਨਲ ਮੈਚ ਆਪਣਾ ਕਿਹਨਾਂ ਨਾਲ ਸੀ? ਈਰਾਨ ਨਾਲ। ਹੋਇਆ ਕਿੱਥੇ ਇਹ? ਕੋਰੀਆ ਦੇ ਵਿੱਚ, ਰਿਪਬਲਿਕ ਆਫ ਕੋਰੀਆ ਬੁਸਾਨ ਦੇ ਵਿੱਚ।
ਨੈਕਸਟ ਆਪਣੇ ਕੋਲ ਆ ਗਿਆ ਲੋਸਾਨ ਡਾਇਮੰਡ ਲੀਗ 2023। ਇਹ ਕਿੱਥੇ ਹੋਈ ਹੈ ਨਾਂ ਤੋਂ ਕਲੀਅਰ ਹੈ, ਲੋਸਾਨ ਸਵਿਟਜ਼ਰਲੈਂਡ ਦੇ ਵਿੱਚ ਹੀ ਹੈ ਨਾ। ਬਹੁਤ ਚੀਜ਼ਾਂ ਦੇ ਉਰੇ ਹੈੱਡਕੁਆਟਰ ਵੀ ਨੇ ਲੋਸਾਨ ਸਵਿਟਜ਼ਰਲੈਂਡ ਦੇ ਵਿੱਚ, ਤਾਂ ਉੱਥੇ ਇਹ ਹੋਏ ਆ। ਇਹ ਆਪਾਂ ਨੇ ਕਦੋਂ ਯਾਦ ਕਰਨਾ, ਨੀਰਜ ਚੋਪੜਾ ਉਰੇ 골ਡ ਮੈਡਲ ਜਿੱਤਿਆ, ਆਪਾਂ ਨੂੰ ਪਤਾ ਹੀ ਹੈ ਨਾ ਵੀ ਓਲੰਪਿਕ ਜਿੱਤਿਆ ਹੋਇਆ, ਤਾਂ ਤਕੜਾ ਖਿਡਾਰੀ ਆ ਆਪਣਾ। ਇਹਨੇ 87.66 ਮੀਟਰ ਦਾ ਜਿਹੜਾ ਜੈਵਲਿਨ ਥਰੋ ਠੀਕ ਹੈ ਸੀ, ਨੀਰਜ ਚੋਪੜਾ ਉਰੇ 골ਡ ਜਿੱਤ ਕੇ ਲੈ ਕੇ ਆਇਆ ਲੋਸਾਨ ਡਾਇਮੰਡ ਲੀਗ, ਜਿਹੜੀ ਕਿੱਥੇ ਹੋਈ ਆ ਆਪਣੇ ਕੋਲੇ ਸਵਿਟਜ਼ਰਲੈਂਡ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਨਿਊਜ਼, ਨੈਕਸਟ ਆਪਣੇ ਕੋਲ ਨੈਸ਼ਨਲ ਐਕਸ਼ਨ ਪਲਾਨ ਫॉर ਡੌਗ ਮੈਡੀਏਟਡ ਰੇਬੀਜ਼ ਐਲੀਮੀਨੇਸ਼ਨ। ਦੇਖੋ ਰੇਬੀਜ਼ ਇਹ ਜਿਹੜਾ ਰੋਗ ਹੈ ਨਾ, ਹਲਕਬਾਜੀ ਨੂੰ ਆਪਾਂ ਕਹਿੰਦੇ ਹਾਂ, ਇਹ ਵੈਸੇ ਤਾਂ ਮਤਲਬ ਜ਼ਰੂਰੀ ਨਹੀਂ ਵੀ ਇਕੱਲੇ ਕੁੱਤੇ ਦੀ ਹੋਊਗਾ, ਪਰ ਜ਼ਿਆਦਾਤਰ ਐਂ ਲਾ ਲਓ ਵੀ 90% ਜਾਂ 95% ਜਾਂ 99% ਵੀ ਕਹਿ ਲਓ ਤਾਂ ਵੀ ਕੋਈ ਵੱਡੀ ਗੱਲ ਨਹੀਂ। ਜੇ ਹਿਊਮਨਸ ਨੂੰ ਰੇਬੀਜ਼ ਹੁੰਦਾ ਤਾਂ 99% ਚਾਂਸ ਹੈ ਵੀ ਉਹ ਕੁੱਤੇ ਤੋਂ ਹੀ ਹੋਇਆ ਹੋਊਗਾ, ਡੌਗ ਦੀ ਬਾਈਟ ਤੋਂ ਹੋਇਆ ਹੋਊਗਾ। ਤਾਂ ਆਪਾਂ ਨੇ ਹੁਣ ਇੱਕ ਪਲਾਨ ਲੈ ਕੇ ਆਂਦਾ ਇਹਨੂੰ ਐਲੀਮੀਨੇਸ਼ਨ ਵਾਸਤੇ, ਜਿਹਦਾ ਨਾਮ ਰੱਖਿਆ NAPRE, ਨੈਸ਼ਨਲ ਐਕਸ਼ਨ ਪਲਾਨ ਫॉर ਡੌਗ ਮੈਡੀਏਟਡ ਰੇਬੀਜ਼ ਐਲੀਮੀਨੇਸ਼ਨ। ਵੀ ਜਿਹੜੀਆਂ ਡੌਗ ਤੋਂ ਹੁੰਦੀਆਂ ਨੇ ਆਪਾਂ ਉਹਨਾਂ ਨੂੰ ਤਾਂ ਹਟਾਈਏ। ਐਂਡ ਇੱਕ ਹੋਰ ਪ੍ਰੋਗਰਾਮ ਲਿਆਂਦਾ ਆਪਾਂ ਨੇ, ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ। ਤਾਂ ਇਹ ਪੁੱਛੂਗਾ ਇਹ ਕਿਹਨੇ ਲਾਂਚ ਕੀਤਾ, ਤਾਂ ਨਾਂ ਤੋਂ ਕਲੀਅਰ ਹੈ, ਇੱਕ ਤਾਂ ਵਿੱਚ ਡੌਗ ਆ ਗਿਆ ਮਤਲਬ ਐਨੀਮਲ ਆ ਗਿਆ, ਤਾਂ ਮਿਨਿਸਟਰੀ ਆਫ ਫਿਸ਼ਿੰਗ ਐਨੀਮਲ ਹਸਬੈਂਡਰੀ ਐਂਡ ਡੈਰਿੰਗ। ਦੂਜਾ ਵੀ ਆਪਾਂ ਨੂੰ ਡਿਜ਼ੀਜ਼ ਹੈ ਇੱਕ ਤਰ੍ਹਾਂ ਦੀ, ਤਾਂ ਹੈਲਥ ਮਿਨਿਸਟਰੀ ਆ ਗਈ, ਤਾਂ ਹੈਲਥ ਐਂਡ ਫੈਮਿਲੀ ਵੈਲਫੇਅਰ। ਤਾਂ ਦੋ ਮਿਨਿਸਟਰੀ ਦੁਆਰਾ ਇਹ ਲਾਂਚ ਕੀਤਾ ਗਿਆ। ਤਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ ਵੀ ਨੈਸ਼ਨਲ ਐਕਸ਼ਨ ਪਲਾਨ ਫॉर ਡੌਗ ਮੈਡੀਏਟਡ ਰੇਬੀਜ਼ ਐਲੀਮੀਨੇਸ਼ਨ ਜਾਂ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਕਿਹਦੇ ਦੁਆਰਾ ਲਾਂਚ ਕੀਤਾ ਗਿਆ, ਕਿਹੜੀ ਮਿਨਿਸਟਰੀ ਦੁਆਰਾ ਲਾਂਚ ਕੀਤਾ ਗਿਆ। ਤਾਂ ਆਪਸ਼ਨ ਪਾ ਦੂਗਾ A, ਆਹ B, C 'ਚ ਪਾ ਦੂਗਾ ਬੋਥ A ਐਂਡ B। ਤਾਂ ਯਾਦ ਰੱਖਿਓ ਦੋਨੇ ਮਿਨਿਸਟਰੀਆਂ ਨੇ, ਮਿਨਿਸਟਰੀ ਆਫ ਫਿਸ਼ਿੰਗ ਐਨੀਮਲ ਹਸਬੈਂਡਰੀ ਐਂਡ ਡੈਰਿੰਗ ਅਤੇ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੀ। ਇੰਡੀਆ ਦਾ ਕੀ ਏਮ ਹੈ ਵੀ ਆਪਾਂ ਨੇ ਜਿਹੜਾ ਰੇਬੀਜ਼ ਹੈ ਜਿਹੜਾ ਡੌਗ ਤੋਂ ਹੁੰਦਾ, ਹੋਰ ਨਹੀਂ ਮਤਲਬ ਹੋਰ ਐਨੀਮਲਸ ਤੋਂ ਹੋ ਹੀ ਸਕਦਾ, ਠੀਕ ਹੈ, ਵੀ ਜਿਹੜਾ ਡੌਗ ਤੋਂ ਹੁੰਦਾ ਵੀ ਆਪਾਂ ਉਹਨੂੰ ਜਮ੍ਹਾਂ ਐਲੀਮੀਨੇਟ ਕਰਨਾ। ਕਿਹੜਾ ਟਾਰਗੇਟ ਹੈ ਇੰਡੀਆ 2030 ਤੱਕ ਵੀ ਆਪਾਂ ਨੇ ਐਲੀਮੀਨੇਟ ਕਰਨਾ। ਅਤੇ ਯਾਦ ਰੱਖਿਓ ਰੇਬੀਜ਼ ਇੱਕ ਤਰ੍ਹਾਂ ਦੀ ਵਾਇਰਲ ਡਿਸੀਜ਼ ਹੈ, ਠੀਕ ਹੈ, ਜਿਹੜੀ ਆਪਾਂ ਨੇ ਜ਼ਿਆਦਾਤਰ ਡੌਗ ਤੋਂ ਹੁੰਦੀ ਹੈ। ਅੱਗੇ ਆਪਣੀਆਂ ਕੁਝ ਡਿਫੈਂਸ ਦੀਆਂ ਅਪਾਇੰਟਮੈਂਟਸ ਨੇ ਜਿਹੜੀਆਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤਾਂ ਡਿਫੈਂਸ ਦਾ CDS ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕੌਣ ਹੈ ਆਪਣੇ ਕੋਲੇ, ਜਨਰਲ ਅਨਿਲ ਚੌਹਾਨ। ਅਤੇ ਚੀਫ ਕੌਣ ਨੇ, ਆਰਮੀ ਦਾ ਐਟ ਪ੍ਰੈਜ਼ੈਂਟ ਚੀਫ ਕੌਣ ਹੈ, ਮਨੋਜ ਪਾਂਡੇ। ਨੇਵੀ ਦਾ ਕੌਣ ਹੈ, ਹਰੀ ਕੁਮਾਰ। ਏਅਰਫੋਰਸ ਦਾ ਕੌਣ ਹੈ, BR ਚੌਧਰੀ। ਮੈਂ ਤੁਹਾਨੂੰ ਪਹਿਲਾਂ ਵੀ ਯਾਦ ਕਰਵਾਇਆ ਸੀ ਵੀ ਜਿਵੇਂ ਆਰਮੀ ਦਾ ਮੈਂ ਯਾਦ ਕੀਤਾ ਹੋਇਆ ਮੇਰੇ ਦੋਸਤ ਮਨੋਜ ਤੋਂ, ਤਾਂ ਤੁਹਾਡਾ ਵੀ ਕੋਈ ਨਾ ਕੋਈ ਦੋਸਤ ਮਨੋਜ ਹੋਊਗਾ ਹੀ ਹੋਊਗਾ, ਉਹ ਤੋਂ ਰਿਲੇਟ ਕਰ ਲਓ। ਨੇਵੀ ਸਮੁੰਦਰ ਨੀਲਾ ਨੀਲਾ ਹੁੰਦਾ, ਤਾਂ ਮਤਲਬ ਨੀਲਾ ਵੀ ਰੰਗ ਹੈ, ਹਰਾ ਵੀ ਰੰਗ ਹੈ, ਤਾਂ ਹਰੀ ਕੁਮਾਰ, ਠੀਕ ਹੈ, ਐਡਮਾਇਰਲ ਆਰ ਹਰੀ ਕੁਮਾਰ। ਏਅਰਫੋਰਸ ਦਾ ਮਤਲਬ ਜਹਾਜ਼ਾਂ 'ਚ ਸਫ਼ਰ ਕਰਨਾ, ਜਹਾਜ਼ਾਂ 'ਚ ਤਾਂ ਚੌਧਰੀ ਸਫ਼ਰ ਕਰਦੇ ਨੇ ਇੱਕ ਤਰ੍ਹਾਂ ਦਾ ਨਾ, ਚੌਧਰੀ, ਤਾਂ BR ਚੌਧਰੀ। ਇਹ ਚੀਫ ਸਾਰਿਆਂ ਨੂੰ ਯਾਦ ਹੋਣਗੇ, CDS ਸਾਰਿਆਂ ਨੂੰ ਯਾਦ ਹੋਊਗਾ, ਪਰ ਹੋ ਸਕਦਾ ਤੁਹਾਨੂੰ ਵਾਈਸ ਚੀਫ ਨਾ ਯਾਦ ਹੋਣ, ਤਾਂ ਤੁਸੀਂ ਵਾਈਸ ਚੀਫ ਵੀ ਯਾਦ ਕਰਨੇ ਨੇ। ਆਰਮੀ ਦਾ ਵਾਈਸ ਚੀਫ ਕੌਣ ਹੈ, ਨੇਵੀ ਦਾ ਕੌਣ ਹੈ, ਏਅਰਫੋਰਸ ਦਾ ਕੌਣ ਹੈ, ਠੀਕ ਹੈ। ਆਰਮੀ ਦਾ ਜਿਹੜਾ ਵਾਈਸ ਚੀਫ ਹੈ ਉਹਦਾ ਨਾਮ ਹੈ MB ਸੁਚਿੰਦਰਾ ਕੁਮਾਰ, MB ਸੁਚਿੰਦਰਾ ਕੁਮਾਰ। ਨੇਵੀ ਦਾ ਐਡਮਾਇਰਲ ਸੰਜੇ ਜਸਜੀਤ ਸਿੰਘ, ਐਡਮਾਇਰਲ ਸੰਜੇ ਜਸਜੀਤ ਸਿੰਘ। ਏਅਰਫੋਰਸ ਦਾ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ, ਆਸ਼ੂਤੋਸ਼ ਦੀਕਸ਼ਿਤ, ਠੀਕ ਹੈ, ਇਹ ਏਅਰਫੋਰਸ ਦਾ, ਠੀਕ ਹੈ। ਤਾਂ ਇਹ ਤੁਸੀਂ ਕਿਸੇ ਨਾ ਕਿਸੇ ਲੋਟ ਇਹਨਾਂ ਨੂੰ ਰਿਲੇਟ ਕਰਕੇ ਜ਼ਰੂਰ ਯਾਦ ਕਰੋਗੇ। ਚੀਫ ਮੈਂ ਤੁਹਾਨੂੰ ਯਾਦ ਕਰਵਾਤੇ, CDS ਤੁਹਾਡੇ ਯਾਦ ਹੋਣਾ ਚਾਹੀਦਾ, ਆਹ ਤੁਸੀਂ ਯਾਦ ਕਰਨੇ ਨੇ, ਠੀਕ ਹੈ। ਆਰਮੀ ਸੁਚਿੰਦਰਾ, ਅਤੇ ਨੇਵੀ ਸੰਜੇ ਜਸਜੀਤ ਸਿੰਘ, ਅਤੇ ਏਅਰਫੋਰਸ ਦਾ ਆਸ਼ੂਤੋਸ਼ ਦੀਕਸ਼ਿਤ। ਚਲੋ ਅੱਗੇ ਐਕਸਰਸਾਈਜ਼, ਇੱਕ ਐਕਸਰਸਾਈਜ਼ ਜਿਮੈਕਸ। ਨਾਂ ਤੋਂ ਕਲੀਅਰ ਹੈ, J 'ਤੇ ਕਿਹੜਾ ਦੇਸ਼ ਹੋਊਗਾ, ਜਾਪਾਨ। I 'ਤੇ ਇੰਡੀਆ। M 'ਤੇ ਮੈਰੀਟਾਈਮ ਮਤਲਬ ਸਮੁੰਦਰੀ। EX 'ਤੇ ਐਕਸਰਸਾਈਜ਼ 2023। ਇਹ ਕਿੱਥੇ ਹੋਈ ਹੈ, ਵਿਸ਼ਾਖਾਪਟਨਮ ਦੇ ਵਿੱਚ। ਹੁਣ ਦੱਸਣ ਦੀ ਲੋੜ ਨਹੀਂ ਕਿਹੜੇ ਕਿਹੜੇ ਦੇਸ਼ਾਂ 'ਚ ਹੋਈ ਹੈ, ਇੰਡੀਆ ਅਤੇ ਜਾਪਾਨ ਦੇ ਵਿੱਚ। ਇਹ ਵੀ ਦੱਸਣ ਦੀ ਲੋੜ ਨਹੀਂ ਕਿਹੜੀ ਹੈ, ਨੇਵੀ ਦੀ ਐਕਸਰਸਾਈਜ਼ ਹੈ, ਕਿਉਂਕਿ ਮਰਾਈਨ ਵਰਡ ਆ ਗਿਆ ਨਾ, ਤਾਂ ਮੈਂ ਉਹ ਸਾਰਾ ਲਿਖਿਆ ਨਹੀਂ। ਤਾਂ ਇਹ ਇੰਡੀਆ ਅਤੇ ਜਾਪਾਨ ਦੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ, ਨੇਵਲ ਐਕਸਰਸਾਈਜ਼ ਹੈ। ਬਸ ਹੋਈ ਕਿੱਥੇ ਹੈ, 2023 ਦਾ ਐਡੀਸ਼ਨ, ਤਾਂ ਵਿਸ਼ਾਖਾਪਟਨਮ ਆਂਧਰਾ ਪ੍ਰਦੇਸ਼ ਇੰਡੀਆ ਦੇ ਵਿੱਚ ਹੋਈ ਹੈ ਐਕਸਰਸਾਈਜ਼ ਜਿਮੈਕਸ 2023। ਅੱਗੇ ਵੈਰੀ ਇੰਪੋਰਟੈਂਟ ਇੰਡੈਕਸ ਨੇ ਦੋਨੇ, ਤਿੰਨੇ ਇੰਡੈਕਸ ਬੇਸਿਕਲੀ, ਤਿੰਨੇ ਤੁਸੀਂ ਯਾਦ ਕਰਨੇ ਨੇ। ਸਭ ਤੋਂ ਪਹਿਲਾਂ ਐਨਰਜੀ ਟ੍ਰਾਂਜੀਸ਼ਨ ਇੰਡੈਕਸ। ਇਹ ਇੰਡੈਕਸ ਕੌਣ ਰਿਲੀਜ਼ ਕਰਦਾ ਹੈ, ਤਾਂ WEF ਵਰਲਡ ਇਕਨੋਮਿਕ ਫੋਰਮ ਦੁਆਰਾ ਇਹ ਇੰਡੈਕਸ ਰਿਲੀਜ਼ ਕੀਤਾ ਜਾਂਦਾ। ਤਾਂ ਜਦੋਂ ਵੀ ਮੈਂ ਤੁਹਾਨੂੰ ਆਖਿਆ ਇੰਡੈਕਸ ਦਾ ਕੁਐਸਚਨ ਆਵੇ ਕੌਣ ਰਿਲੀਜ਼ ਕਰਦਾ, ਇੰਡੀਆ ਦਾ ਰੈਂਕ ਕੌਣ ਹੈ, ਟੌਪ ਕੌਣ ਹੈ, ਇਹ ਤਿੰਨ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਤਾਂ ਐਨਰਜੀ ਟ੍ਰਾਂਜੀਸ਼ਨ ਇੰਡੈਕਸ 2023 ਵਰਲਡ ਇਕਨੋਮਿਕ ਫੋਰਮ ਦੁਆਰਾ ਇਹ ਰਿਲੀਜ਼ ਕੀਤਾ ਜਾਂਦਾ।
इत्थे इंडिया का रैंक 67वां 67th। पहले तो किहड़ा देश है? स्वीडन, दूजे ते डेनमार्क, तीजे ते नॉर्वे। ठीक है, याद रखो, पहले तो स्वीडन, दूजे ते डेनमार्क, तीजे ते नॉर्वे। इंपॉर्टेंट इंडैक्स है, इंडिया का रैंक भी याद करना, सीधा रट्टा ही है, कोई नहीं। तो वर्ल्ड इकनॉमिक फोरम द्वारा यह रिलीज़ किया जाता है। इंडिया का रैंक 67, पहले तो स्वीडन। ठीक है, नैक्सट ग्लोबल जेंडर गैप रिपोर्ट। ये मैं इकट्ठे काहतों लिखे ने? क्योंकि दोनों इंडैक्स, एनर्जी ट्रांजिशन इंडैक्स तो ग्लोबल जेंडर गैप रिपोर्ट कौन रिलीज़ करता है? WEF। तो आप इकट्ठे याद कर सकते हैं भी WEF के दो इंडैक्स पढ़े से आपने, एक एनर्जी ट्रांजिशन इंडैक्स, एक ग्लोबल जेंडर गैप रिपोर्ट। एनर्जी ट्रांजिशन इंडैक्स अपना रैंक 67वां तो जेंडर गैप अपना रैंक कितना? 127वां, बहुत पिछे है। ठीक है, मतलब मेल फीमेल, मतलब अज भी इंडिया के विच मेल नूं अपॉर्चुनिटीज़ ज़्यादा ने फीमेल नालों। ठीक है, मतलब किते ना किते देखो, कोई भी आप बिजनेस देखिए, एंटरप्रेन्योर देखिए, ज़्यादा मेल होंगे ने, है ना। तो भी थोड़ा जेंडर गैप ज़्यादा है। तो इंडिया रैंक 127 में 146वें दे विचों। पहले तो किहड़ा देश रहा? आइसलैंड। पहले तो किहड़ा देश रहा? आइसलैंड। ठीक है, इनू किवें भी रिलेट कर दिओ, ठंडा जिहा देश है भी, मतलब मुंडे कुड़ियाँ बराबर ही एक तरह का। ठीक है, आइसलैंड। चलो अगला इंडैक्स है ग्लोबल लिवएबिलिटी इंडैक्स। ठीक है, ये किहदे द्वारा रिलीज़ किया गया? EIU, इकनॉमिक इंटैलीजेंस यूनिट द्वारा ये इंडैक्स है जिहड़ा रिलीज़ किया गया। EIU इकनॉमिक इंटैलीजेंस यूनिट। ये इन्होंने आख्या भी किहड़ियां सिटीज़ बेस्ट ने रहने वास्ते। इन्होंने पहले तो जी सिटी रखी है, वो रखी है ऑस्ट्रिया की वियना। ठीक है, वियना ऑस्ट्रिया की। दूजे ते डेनमार्क की कोपेनहेगन, तीजे ते मेलबोर्न आस्ट्रेलिया की सिटीज़। इन्हें आख्या सी भी ग्लोबल लिवएबिलिटी इंडैक्स की है भी सब तो वधिया सिटी किहड़ी है रहने वास्ते। तो पहले तो इन्हें किहड़ी देश रखी है? आस्ट्रेलिया की नहीं हैगी, ये ऑस्ट्रिया की है, वियना। ठीक है, मतलब ना उरे अपने को हैडकुआटर भी ने पेट्रोलीयम के भी तो एटॉमिक के भी। ठीक है, वो आप जो हैडकुआटर की वीडियो दसांगे सुनो, उत्थों रिलेट करावांगे, सौखा ही है। पर ऐ कर लो भी सब तो वधिया रहने वाली सिटी किहड़ी है? हुण मैनूं गल दसो, जे रहने वाली सिटी वधिया है तो उत्थे मतलब फिर रेट भी ज़्यादा होगा। रेट ज़्यादा जिवें आपां पंजाबी च नहीं कहंदे हुंदे यार भी किन्ना कुछ रेट है, बई यार इन्ना है, इन्ना इन्ना आपां कहंदे हुंदे ना, इन्ना बयाना बयाना, बस इन्ना बयाना। ठीक है, भी इन्ना रेट है यार, भी बाहला रेट है भी, आपां नूं तां बयाना करा के रहना पऊगा, जे उत्थे रहना जमीन जमून का बयाना किसी होर दे नां कराउणा लगू। ठीक है, ऐ रिलेट कर लो। तो सब तो बेस्ट सिटी रहने वास्ते ऑस्ट्रिया की वियना, दूजे ते कोपेनहेगन, तीजे ते आस्ट्रेलिया की मेलबोर्न। इंडिया की किहड़ी सिटी सब तो उपर आई? न्यू दिल्ली ते मुंबई। ये 141वें नंबर पर ने दोने, न्यू दिल्ली तो 100, जिवें वर्ल्ड के 141 वधिया, कोई बाहला माड़ा रैंक नहीं है, क्योंकि वर्ल्ड के कितनियां सिटीज़ ने, आप कंट्रीज़ की गल नहीं कर रहे, सिटीज़ की कितनियां सिटीज़ ने, उचों इंडिया की न्यू दिल्ली तो मुंबई रहने वास्ते वधिया 141वें ते है, चेन्नई 144वें ते, अहमदाबाद 147वें ते, बेंगलुरु 148वें ते। ठीक है, तो याद रख ली। अगे आगे अपने को एक एक्सरसाइज है अग्नि अस्त्र। अग्नि अस्त्रा 1 की एक्सरसाइज है, कित्थे कंडक्ट कराएगी? तो इंडियन आर्मी द्वारा यह एक्सरसाइज कंडक्ट कराई गई है, कित्थे कराई गई है? लद्दाख के। ठीक है, मतलब किसी कोई देश के नाल ही इंडियन आर्मी की आपकी एक्सरसाइज है अग्नि अस्त्रा, लद्दाख के एक्सरसाइज हुई है। अगे आ गया नैशनल डेंगू डे। डेंगू तो कोई बंदा याद किया सी, याद आ गया जी, पक्का याद होगा तुहाडे। FAO का हैड जिहड़ा चाइना का डेंगू है ना, ऑप्शन तो टिक हो जाऊगा। हुण नैशनल डेंगू डे एक कदों मनाया जाता अपने को? 16 मई। 16 मई डेंगू डे। ये आपां नूं पता है भी एक तरह की वायरल डिसीज़ है, ज़्यादातर मतलब स्प्रैड किहदे द्वारा होंदी है? मॉस्कीटो द्वारा। किहड़ा मॉस्कीटो है वो? एडिस एजिप्टी मॉस्कीटो, जिहदे द्वारा यह स्प्रैड की जाती है। ठीक है, ना याद रख लियो, फीमेल मॉस्कीटो है एडिस एजिप्टी मॉस्कीटो। सिम्पटम की होंगे ने? डेंगू आपां नूं पता है भी डेंगू नाल की होंदा, बुखार हो जाता, सिर दुखदा है। ठीक है, शरीर च थकावट आउंदी है, मसल पेन होंदा है ना। तो नैशनल डेंगू डे 16 मई, वायरल डिसीज़ है, किहड़े मॉस्कीटो द्वारा? एडिस एजिप्टी मॉस्कीटो। अगे आ गया अपने को तुगनाथ टैंपल। ये न्यूज़ के काहतों सी? ठीक है, इनू अपना नैशनल मोनूमेंट डिकलेयर करता सेंट्रल गौरमेंट ने। ठीक है, ठीक है, सेंट्रल गौरमेंट डिकलेयर्ड तुगनाथ टैंपल एज नैशनल मोनूमेंट। जो ना किसी भी मोनूमेंट नूं नैशनल मोनूमेंट या हैरीटेज साइट की चाहे टेंटेटिव लिस्ट च इनकलूड किया जाए, तो तुसीं उहनूं पढ़िया करो भी वो कित्थे है। तो ये कित्थे हैगा अपने को? रुद्रा प्रयाग डिस्ट्रिक्ट उत्तराखंड दे विच। ठीक है, तुगनाथ टैंपल कित्थे है? रुद्रा प्रयाग डिस्ट्रिक्ट उत्तराखंड।
ਤੇ ਕਿਹੜੇ ਮਤਲਬ ਗੋਡ ਨਾਲ ਐਸੋਸੀਏਟਡ ਹੈ ਤਾਂ ਸ਼ਿਵਾ ਜੀ ਨਾਲ, ਠੀਕ ਹੈ, ਲਾਰਡ ਸ਼ਿਵਾ। ਕਿਹਨਾਂ ਦੁਆਰਾ ਕ੍ਰੀਏਟ ਕੀਤਾ ਗਿਆ ਇਹ? ਪਾਂਡਵਾਸ, ਠੀਕ ਹੈ। ਆਪਾਂ ਪੜ੍ਹਦੇ ਹੁੰਦੇ ਸੀ ਨਾ ਪਾਂਡਵਾਸ ਬਾਰੇ, ਠੀਕ ਹੈ। ਉਹਨਾਂ ਨੇ ਤੁਗਨਾਥ ਟੈਂਪਲ ਜਿਹੜਾ ਕਿੱਥੇ ਆਪਣੇ ਕੋਲੇ ਉੱਤਰਾਖੰਡ ਦੇ ਵਿੱਚ, ਉਹਨੂੰ ਸੈਂਟਰ ਗੌਰਮੈਂਟ ਨੇ ਇੱਕ ਤਰ੍ਹਾਂ ਦਾ ਨੈਸ਼ਨਲ ਮੋਨੂਮੈਂਟ ਡਿਕਲੇਅਰ ਕਰ ਦਿੱਤਾ ਗਿਆ, ਠੀਕ ਹੈ, ਇੰਪੋਰਟੈਂਟ ਹੈ। ICC ਕ੍ਰਿਕਟ ਕੱਪ 2023 ਕੌਣ ਹੋਸਟ ਕਰ ਰਿਹਾ ਹੋਊਗਾ? ਇਹ ਇੰਡੀਆ ਹੋਸਟ ਕਰੂਗੀ। 50 ਓਵਰਾਂ ਦਾ ਵਰਲਡ ਕੱਪ ਹੈ ਇਹ। ਦੇਖੋ, ਇੱਕ ਤਾਂ T20 ਹੁੰਦਾ, ਇਹ 20 ਓਵਰਾਂ ਦਾ ਹੁੰਦਾ। ਇੱਕ ਟੈਸਟ ਚੈਂਪੀਅਨਸ਼ਿਪ ਹੁੰਦੀ ਹੈ, ਠੀਕ ਹੈ, ਉਹ ਮਤਲਬ 5 ਦਿਨਾਂ ਦਾ ਹੁੰਦਾ। ਇੱਕ ਆਪਣੇ ਕੋਲ 50 ਓਵਰਾਂ ਦਾ ਹੁੰਦਾ। 50 ਓਵਰਾਂ ਵਾਲਾ ਵਰਲਡ ਕੱਪ ਹੋਊਗਾ। ਜਿਹੜਾ ਤੂੰ ਪਹਿਲਾਂ ਹੋਇਆ ਸੀਗਾ ਵਰਲਡ ਕੱਪ, ਇਹ 2019 'ਚ ਹੋਇਆ ਸੀ। 50 ਓਵਰਾਂ ਵਾਲਾ ਕਦੋਂ ਹੋਇਆ ਸੀ? 2019 'ਚ, 4 ਸਾਲ ਬਾਅਦ ਹੁੰਦਾ 50 ਓਵਰ ਵਾਲਾ। ਉਦੋਂ ਕੌਣ ਜਿੱਤਿਆ ਸੀ? ਇੰਗਲੈਂਡ ਜਿੱਤਿਆ ਸੀ, ਠੀਕ ਹੈ। ਹੁਣ ਹੋਊਗਾ 2023 'ਚ, ਅਤੇ T20 ਤਾਂ ਹੁਣੀ ਹੋ ਕੇ ਹਟਿਆ 2022 'ਚ। T20 ਦਾ 2022 'ਚ ਉਹ ਕੌਣ ਜਿੱਤਿਆ ਸੀ? ਉਹ ਵੀ ਇੰਗਲੈਂਡ ਜਿੱਤਿਆ ਸੀ। ਟੈਸਟ ਚੈਂਪੀਅਨਸ਼ਿਪ ਹੁਣੀ ਹੋ ਕੇ ਹਟੀ ਹੈ। ਇੰਡੀਆ ਅਤੇ ਆਸਟ੍ਰੇਲੀਆ ਦਾ ਫਾਈਨਲ ਸੀਗਾ, ਠੀਕ ਹੈ। ਇਹ ਕੌਣ ਜਿੱਤ ਗਈ? ਆਸਟ੍ਰੇਲੀਆ। ਇੰਡੀਆ ਹਾਰੀ ਹੈ ਇਹ 'ਚ ਟੈਸਟ ਚੈਂਪੀਅਨਸ਼ਿਪ 'ਚ, ਠੀਕ ਹੈ। ਤਾਂ ਇਹ ਆਪਣੇ ਕੋਲੇ ਇੰਗਲੈਂਡ ਦੇ ਵਿੱਚ ਇਹ ਮੈਚ ਹੋਇਆ ਸੀਗਾ, ਠੀਕ ਹੈ, ਸ਼ਾਇਦ ਲਾਰਡਸ ਦੇ ਮੈਦਾਨ ਦੇ ਵਿੱਚ। ਤਾਂ ਇੰਡੀਆ ਹਾਰ ਗਈ ਸੀ। ਤਾਂ ਦੁਬਾਰੇ ਰਿਪੀਟ ਕਰਦਾ, ਤਾਂ ਕ੍ਰਿਕਟ ਦੇ ਉੱਪਰ ਜਿਹੜੇ ਰੀਸੈਂਟ ਇਵੈਂਟ ਨੇ ਵਰਲਡ ਕੱਪ, T20 ਵਾਲਾ ਹੁਣੀ ਹੋ ਕੇ ਹਟਿਆ। ਕਿੱਥੇ ਹੋਇਆ? ਇੰਗਲੈਂਡ। ਆਪਣਾ ਜਿੱਤੀ ਕੌਣ ਹੈ? ਇੰਗਲੈਂਡ। ਹੋਇਆ ਵੀ ਕਿੱਥੇ ਸੀ? ਇੰਗਲੈਂਡ। ਟੈਸਟ ਚੈਂਪੀਅਨਸ਼ਿਪ ਇਹ ਵੀ ਹੁਣੇ ਹੋ ਕੇ ਹਟੀ ਆ। ਹੋਈ ਕਿੱਥੇ ਸੀ? ਇੰਗਲੈਂਡ। ਜਿੱਤੀ ਕੌਣ ਹੈ? ਆਸਟ੍ਰੇਲੀਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪਿਛਲਾ ਵਰਲਡ ਕੱਪ ਜਿਹੜਾ 50 ਓਵਰਾਂ ਦਾ ਸੀ, ਉਹ 2019 'ਚ ਹੋਇਆ ਸੀ। ਕੌਣ ਜਿੱਤੀ ਸੀ ਉਦੋਂ? ਇੰਗਲੈਂਡ। ਹੁਣ 2023 ਵਾਲਾ ਕਿੱਥੇ ਹੋ ਰਿਹਾ? ਇੰਡੀਆ ਦੇ ਵਿੱਚ ਹੋ ਰਿਹਾ ਹੈਗਾ, ਠੀਕ ਹੈ। ਇੰਡੀਆ ਹੋਸਟ ਹੈ। ਅੱਗੇ ਆ ਗਿਆ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ। ਇਹ ਕੀ ਪ੍ਰੋਜੈਕਟ ਹੈ? ਕਾਹਦੇ ਵਾਸਤੇ ਹੈ ਇਹ? ਕੀ ਚੱਕਰ ਹੈ ਇਹ? ਤਾਂ ਨਾ ਇੱਕ 1400 ਕਿਲੋਮੀਟਰ ਲੌਂਗ ਅਤੇ 5 ਕਿਲੋਮੀਟਰ ਵਾਈਡ ਇੱਕ ਗ੍ਰੀਨ ਬੈਲਟ ਬਣਾਈ ਗਈ ਹੈ ਅਰਾਵਲੀ ਮਾਊਂਟੇਨ ਦੇ ਆਲੇ ਦੁਆਲੇ, ਠੀਕ ਹੈ। ਐਵੇਂ ਇੱਕ ਗ੍ਰੀਨ ਬੈਲਟ ਜੀ ਬਣਾਈ ਗਈ ਹੈ ਜਿਹੜੀ 1400 ਕਿਲੋਮੀਟਰ ਇੱਕ ਲੌਂਗ ਹੈ ਅਤੇ ਵਾਈਡ ਚੌੜੀ ਕਿੰਨੀ ਹੈ? 5 ਕਿਲੋਮੀਟਰ। ਕਾਹਦੇ ਵਾਸਤੇ? ਟੂ ਕੌਂਬਟ ਡਿਜ਼ਰਟੀਫਿਕੇਸ਼ਨ। ਡਿਜ਼ਰਟੀਫਿਕੇਸ਼ਨ ਹੁੰਦਾ ਮਤਲਬ ਇੱਕ ਤਰ੍ਹਾਂ ਦਾ ਵੀ ਐਂ ਲਾ ਲਓ ਵੀ ਮਿੱਟੀ ਦੇ ਉਹ ਨਹੀਂ, ਮਿੱਟੀ ਡਿੱਗਣਾ ਹੈ ਨਾ, ਡੈਜ਼ਰਟ ਵਾਂਗੂ, ਉਹਨੂੰ ਬਚਾਉਣਾ। ਅਤੇ ਟੂ ਰੀਸਟੋਰ ਡੀਗਰੇਡਡ ਲੈਂਡ। ਅਤੇ ਜਿਹੜੀ ਲੈਂਡ ਆ ਆਪਾਂ ਨੇ ਉਹਨੂੰ ਵੀ ਬਚਾਉਣਾ, ਠੀਕ ਹੈ। ਤਾਂ ਜਦੋਂ ਆਪਾਂ ਗ੍ਰੀਨ ਬੈਲਟ ਪੇੜ ਪੌਦੇ ਲਾਵਾਂਗੇ ਤਾਂ ਉਹਦੇ ਨਾਲ ਮਿੱਟੀ ਡੀਗਰੇਡ ਨਹੀਂ ਹੋਊਗੀ, ਹੈ ਨਾ, ਮਿੱਟੀ ਉੱਥੋਂ ਦੀ ਡਿਜ਼ਰਟੀਫਿਕੇਸ਼ਨ ਹੋਊਗੀ, ਮਤਲਬ ਲੈਂਡ ਸਲਾਈਡ ਵਗੈਰਾ ਨਹੀਂ ਹੋਊਗੀ, ਕਿਉਂਕਿ ਜਿਹੜੀਆਂ ਜੜ੍ਹਾਂ ਨੇ ਉਹ ਮਿੱਟੀ ਨੂੰ ਨਾਲ ਜੋੜ ਕੇ ਰੱਖਦੀਆਂ ਨੇ। ਤਾਂ ਉਹਦੇ ਵਾਸਤੇ ਕਿਹਦੇ ਦੁਆਰਾ ਇਨੋਗਰੇਟ ਕੀਤਾ ਗਿਆ? ਆਪਣੇ ਫੋਰੈਸਟ ਮਿਨਿਸਟਰ ਭੁਪਿੰਦਰ ਯਾਦਵ ਦੁਆਰਾ। ਤਾਂ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਕਿਹਦੇ ਦੁਆਰਾ ਇਨੋਗਰੇਟ ਕੀਤਾ ਗਿਆ? ਫੋਰਨ ਮਿਨਿਸਟਰ ਭੁਪਿੰਦਰ ਯਾਦਵ ਦੁਆਰਾ। ਕਾਹਦੇ ਵਾਸਤੇ? ਇਸ ਨੂੰ ਪਤਾ ਹੈ, ਆਪਸ਼ਨ ਤੋਂ ਕਲੀਅਰ ਹੀ ਹੋ ਜਾਊਗਾ ਵੀ ਟੂ ਕੌਂਬਟ ਡਿਜ਼ਰਟੀਫਿਕੇਸ਼ਨ ਐਂਡ ਰੀਸਟੋਰ ਡੀਗਰੇਡਡ ਲੈਂਡ। ਅਤੇ ਆਹ ਯਾਦ ਕਰ ਲਿਓ ਕਿੰਨੇ ਮੀਟਰ ਲੌਂਗ? 1400 ਕਿਲੋਮੀਟਰ ਲੌਂਗ ਅਤੇ 5 ਕਿਲੋਮੀਟਰ ਵਾਈਡ। ਤਾਂ ਅਰਾਵਲੀ ਬਾਰੇ ਥੋੜ੍ਹਾ ਜਿਹਾ ਆਪਾਂ ਪੜ੍ਹ ਲਈਏ। ਅਰਾਵਲੀ ਫੋਲਡ ਮਾਊਂਟੇਨ ਨੇ, ਓਲਡੈਸਟ ਫੋਲਡ ਮਾਊਂਟੇਨ ਨੇ ਅਰਥ ਦੇ ਉੱਪਰ। ਇੰਡੀਆ ਦੇ ਵੀ ਨਹੀਂ, ਦੁਨੀਆ ਦਾ ਸਭ ਤੋਂ ਓਲਡੈਸਟ ਫੋਲਡ ਮਾਊਂਟੇਨ ਅਰਾਵਲੀ ਹੈ। ਅਰਾਵਲੀ ਕਿੱਥੇ ਕਿੱਥੇ ਆ ਗਏ? ਕਿਹੜੀਆਂ ਸਟੇਟ ਕਵਰ ਕਰਦਾ? ਗੁਜਰਾਤ, ਰਾਜਸਥਾਨ, ਹਰਿਆਣਾ ਅਤੇ ਦਿੱਲੀ, ਠੀਕ ਹੈ, ਇਹਨਾਂ ਦੇ ਵਿੱਚ ਆਉਂਦਾ। ਅਤੇ ਇਹਦੀ ਹਾਈਐਸਟ ਪੀਕ ਕਿਹੜੀ ਹੈ? ਗੁਰੂ ਸ਼ਿਖਰ, ਜਿਹੜੀ ਮਾਊਂਟ ਆਬੂ ਦੇ ਉੱਪਰ ਹੈ, ਮਤਲਬ ਜੋ ਕਿ ਰਾਜਸਥਾਨ ਦੇ ਵਿੱਚ ਹੈ। ਗੁਰੂ ਸ਼ਿਖਰ ਹਾਈਐਸਟ ਪੀਕ ਆਫ ਅਰਾਵਲੀ। ਤਾਂ ਅਰਾਵਲੀ ਬਾਰੇ ਪਤਾ ਹੋਣਾ ਚਾਹੀਦਾ, ਠੀਕ ਹੈ। ਤਾਂ ਜੇ ਵੀਡੀਓ ਵਧੀਆ ਲੱਗੀ, ਜੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਿਓ। ਅਤੇ ਇੱਕ ਇੰਨਾ ਕੰਮ ਜ਼ਰੂਰ ਕਰਨਾ ਹੈ ਵੀ ਮਿਨੀਮਮ 1 ਸ਼ੇਅਰ, ਜਿਸ ਨੂੰ ਵੀਡੀਓ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰਨਾ। ਤਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰ ਸਕਦੇ ਹੋ, ਠੀਕ ਹੈ। ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਅਵਰ ਚੈਨਲ SVL ਇੰਸਟੀਟਿਊਟ, ਠੀਕ ਹੈ। ਤਾਂ ਹੋਰ ਬਹੁਤ ਵਧੀਆ ਵੀਡੀਓਜ਼ ਇੱਥੇ ਆਉਂਦੀਆਂ ਰਹਿਣਗੀਆਂ, ਠੀਕ ਹੈ। ਤਾਂ ਨੈਕਸਟ ਆਪਣੇ ਕੋਲ ਆ ਗਿਆ APPI ਇਨੀਸ਼ੀਏਟਿਵ। ਇਹ ਕੀ ਹੈ ਅਤੇ ਕਾਹਦੇ ਵਾਸਤੇ? APPI ਦੀ ਆਪਾਂ ਫੁੱਲ ਫਾਰਮ ਦੇਖੀਏ, ਐਨੀਮਲ ਪੈਂਡੈਮਿਕ ਪ੍ਰੀਪੇਅਰਡਨੈਸ ਇਨੀਸ਼ੀਏਟਿਵ, ਠੀਕ ਹੈ। ਤਾਂ ਨਾਂ ਤੋਂ ਕਲੀਅਰ ਹੈ ਨਾ ਵੀ ਐਨੀਮਲ ਤੋਂ ਜਿਹੜੀਆਂ ਕੋਈ ਬਿਮਾਰੀਜ਼ ਵਗੈਰਾ ਹੁੰਦੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ। ਤਾਂ ਇਹਨੂੰ ਲਾਂਚ ਵੀ ਕਿਹਨੇ ਕੀਤਾ ਹੋਊਗਾ? ਐਨੀਮਲ ਦੀ ਮਿਨਿਸਟਰੀ ਨੇ, ਮਿਨਿਸਟਰੀ ਆਫ ਫਿਸ਼ਰੀ, ਐਨੀਮਲ ਹਸਬੈਂਡਰੀ ਐਂਡ ਡੈਰੀ, ਜਿਹਦਾ ਮਿਨਿਸਟਰ ਕੌਣ ਹੈ? ਪਰਸ਼ੋਤਮ ਰੁਪਾਲਾ। ਉਹਨਾਂ ਦੇ ਬਾਰੇ ਲਾਂਚ ਕੀਤਾ ਗਿਆ APPI ਇਨੀਸ਼ੀਏਟਿਵ। ਤਾਂ ਇਹਦੀ ਫੁੱਲ ਫਾਰਮ ਯਾਦ ਰੱਖਿਓ, ਉੱਥੋਂ ਕਲੀਅਰ ਹੋ ਜਾਊਗਾ ਵੀ ਐਨੀਮਲ ਪੈਂਡੈਮਿਕ ਪ੍ਰੀਪੇਅਰਡਨੈਸ ਇਨੀਸ਼ੀਏਟਿਵ। ਇਹਦਾ ਏਮ ਕੀ ਹੈ? ਟੂ ਕੰਟਰੋਲ ਐਂਡ ਪ੍ਰੀਵੈਂਟ, ਕੰਟਰੋਲ ਕਰਨਾ ਅਤੇ ਰੋਕਣਾ ਜੂਨੋਟਿਕ ਡਿਸੀਜ਼ਜ਼। ਜੂਨੋਟਿਕ ਡਿਸੀਜ਼ ਕਿਹੜੀਆਂ ਹੁੰਦੀਆਂ ਨੇ? ਜਿਹੜੀਆਂ ਐਨੀਮਲਸ ਤੋਂ ਹਿਊਮਨਸ ਨੂੰ ਟਰਾਂਸਮਿਟ ਹੁੰਦੀਆਂ ਨੇ, ਠੀਕ ਹੈ। ਜਿਵੇਂ ਬੈਟਸ ਵਗੈਰਾ ਤੋਂ ਬਹੁਤ ਹੁੰਦੀਆਂ ਨੇ, ਜਿਵੇਂ ਆਪਾਂ ਹੁਣੀ ਪੜ੍ਹ ਕੇ ਹਟੇ ਸੀ ਅੱਜ ਹੀ, ਡੌਗਸ ਤੋਂ ਰੇਬੀਜ਼ ਹੁੰਦੀਆਂ ਨੇ, ਜਿਹਨੂੰ ਆਪਾਂ ਨੇ ਐਲੀਮੀਨੇਟ ਕਰਨਾ ਹੈ ਨਾ। ਤਾਂ ਨੈਕਸਟ ਆ ਗਿਆ ਆਪਣੇ ਕੋਲ ਸਾਗਰ ਸ੍ਰੇਸ਼ਟਾ ਅਵਾਰਡ 2023। ਕਿਹਨੂੰ ਮਿਲਿਆ? ਸਾਗਰ ਸ੍ਰੇਸ਼ਟਾ ਮਤਲਬ ਸਮੁੰਦਰ ਦੀ ਗੱਲ ਹੈ ਨਾ।
ਤਾਂ ਕੋਚੀਨ ਪੋਰਟ ਨੂੰ ਮਿਲਿਆ ਕੇਰਲਾ ਦੇ ਵਿੱਚ। ਕਿਹਦੇ ਦੁਆਰਾ ਦਿੱਤਾ ਗਿਆ? ਤਾਂ ਸਿੱਧੀ ਗੱਲ ਹੈ ਵੀ ਪੋਰਟਸ, ਸਮੁੰਦਰ ਦੀ ਗੱਲ ਹੋ ਰਹੀ ਹੈ, ਮਿਨਿਸਟਰੀ ਆਫ ਪੋਰਟਸ ਸ਼ਿਪਿੰਗ ਦੇ ਵਾਟਰਵੇਜ਼। ਤੁਸੀਂ ਸਿੱਧਾ ਨੂੰ ਡਾਇਰੈਕਟ ਵਨ ਲਾਈਨ ਯਾਦ ਕਰਨਾ ਵੀ ਕਿਹੜੇ ਪੋਰਟ ਨੂੰ ਮਿਲਿਆ? ਕੋਚੀਨ ਪੋਰਟ ਕੇਰਲਾ ਦੀ ਨੂੰ। ਸਾਗਰ ਸ੍ਰੇਸ਼ਟ ਅਵਾਰਡ 2023। ਨੈਕਸਟ ਨਿਊਜ਼ ਨੇ ਆਪਣੇ ਕੋਲ ਚੰਦਰਯਾਨ 3 ਦੇ ਉੱਪਰ। ਚੰਦਰਯਾਨ 3 ਕਦੋਂ ਲਾਂਚ ਕੀਤਾ? ਸਾਰਾ ਕੁਝ ਚੰਦਰਯਾਨ 3 ਬਾਰੇ ਇੰਪੋਰਟੈਂਟ ਹੈ, ਤੈਨੂੰ ਧਿਆਨ ਨਾਲ ਪੜ੍ਹਿਓ। ਚੰਦਰਯਾਨ 3 ਹੁਣੀ ਇਹ ਲਾਂਚ ਕੀਤਾ ਗਿਆ 14 ਜੁਲਾਈ 2023 ਨੂੰ। ਇਹਦਾ ਏਮ ਕੀ ਹੈ? ਨਾਂ ਤੋਂ ਕਲੀਅਰ ਹੈ ਵੀ ਕਿੱਥੇ ਜਾਊਗਾ ਇਹ? ਚੰਦ ਦੇ, ਹੈ ਨਾ, ਚੰਦ 'ਤੇ ਜਾਊਗਾ। ਟੂ ਬੈਟਰ ਅੰਡਰਸਟੈਂਡ ਦਾ ਕੰਪੋਜੀਸ਼ਨ ਆਫ ਮੂਨ। ਮੂਨ ਦੀ ਕੰਪੋਜੀਸ਼ਨ ਨੂੰ ਆਪਾਂ ਨੇ ਸਮਝਣਾ ਵੀ ਉੱਥੇ ਕੀ ਕੁਛ ਹੈ, ਪਾਣੀ ਹੈਗਾ ਜਾਂ ਨਹੀਂ ਹੈਗਾ, ਹੈ ਨਾ, ਐਵੇਂ। ਕਿੱਥੋਂ ਲਾਂਚ ਕੀਤਾ ਗਿਆ? ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼। ਠੀਕ ਹੈ, ਆਂਧਰਾ ਪ੍ਰਦੇਸ਼। ਜ਼ਿਆਦਾਤਰ ਆਪਣੀ ਸੈਟੇਲਾਈਟਸ ਉਰੀਓਂ ਆਪਾਂ ਲਾਂਚ ਕਰਦੇ ਹਾਂ। ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼। ਇਹ ਕਿੱਥੇ ਲੈਂਡ ਕਰੂਗਾ? ਇਹ ਇੰਪੋਰਟੈਂਟ ਹੈ। ਸਾਊਥ ਪੋਲ ਆਫ ਮੂਨ, ਮੂਨ ਦੇ ਸਾਊਥ ਪੋਲ 'ਤੇ ਲੈਂਡ ਕਰੂਗਾ। ਠੀਕ ਹੈ, ਅਤੇ ਪਹਿਲਾ ਹੋਊਗਾ, ਜੇ ਮਤਲਬ ਰੱਬ ਕਰੇ ਲੈਂਡ ਕਰ ਜੇ, ਤਾਂ ਆਪਣਾ ਪਹਿਲਾ ਦੇਸ਼ ਹੋਊਗਾ ਜਿਹੜਾ ਵਰਲਡ ਦਾ ਪਹਿਲਾ ਦੇਸ਼ ਹੋਊਗਾ ਜਿਹਨੇ ਸਾਊਥ ਪੋਲ 'ਤੇ ਕੋਈ ਸੈਟੇਲਾਈਟ ਲਾਂਚ ਕਰਾਊਗਾ ਮੂਨ ਦੇ। ਠੀਕ ਹੈ, ਤਾਂ ਸਾਊਥ ਪੋਲ ਆਫ ਮੂਨ। ਕਿਹੜਾ ਰੋਕਟ ਯੂਜ਼ ਕੀਤਾ ਆਪਾਂ ਨੇ? LV-M3M4 ਰੋਕਟ। ਮਤਲਬ ਵੀ ਇਹਨੂੰ ਆਪਾਂ, ਇਹਦਾ ਇੱਕ ਤਰ੍ਹਾਂ ਦਾ ਇਹਦਾ ਮੋਡੀਫਾਈਡ ਵਰਜ਼ਨ ਕਹਿ ਲਓ, ਜਾਂ ਇਹਨੂੰ ਪ੍ਰੀਵੀਅਸਲੀ ਆਪਾਂ ਕਹਿੰਦੇ ਸੀ GSLV Mark 3, ਜੀਓ ਸਿੰਕਰੋਨਸ ਸੈਟੇਲਾਈਟ ਲਾਂਚ ਵਹੀਕਲ ਮਾਰਕ 3। ਪਰ ਹੁਣ ਇਹਦਾ ਨਾਮ ਆਪਾਂ ਨੇ ਕੀ ਰੱਖਤਾ? ਲਾਂਚ ਵਹੀਕਲ ਮਾਰਕ 3, M3M4 ਰੋਕਟ, LV-M3M4 ਰੋਕਟ। ਇਹਨੂੰ ਬਾਹੂਬਲੀ ਵੀ ਕਹਿੰਦੇ ਨੇ। ਠੀਕ ਹੈ, ਸਭ ਤੋਂ ਤਾਕਤਵਰ ਰੋਕਟ ਹੈ ਆਪਣਾ GSLV-M3। ਇਹ 'ਚ ਲੈਂਡਰ ਅਤੇ ਰੋਵਰ ਕਿਹੜਾ? ਉਹੀ ਜਿਹੜਾ ਪਿਛਲੀ ਵਾਰ ਸੀ, ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ। ਠੀਕ ਹੈ, ਤਾਂ ਰੋਵਰ ਮਤਲਬ ਜਿਹੜਾ ਉੱਥੇ ਘੁੰਮੂਗਾ, ਉਹਦੇ 6 ਟਾਇਰ ਨੇ, ਅਤੇ ਉਹਦੇ ਟਾਇਰਸ ਦੇ ਉੱਪਰ ਨਾ ਇੰਡੀਆ ਦਾ ਐਂਬਲਮ ਅਤੇ ਇਸਰੋ ਦਾ ਨਿਸ਼ਾਨ ਹੈ। ਮਤਲਬ ਇੱਕ ਤਰ੍ਹਾਂ ਦਾ ਉਹ ਚੰਦ ਦੇ ਉੱਪਰ ਆਪਣੇ ਨਿਸ਼ਾਨ ਵੀ ਛੱਡੂਗਾ। ਠੀਕ ਹੈ, ਤਾਂ ਹੁਣ ਚੰਦਰਯਾਨ ਦੁਬਾਰੇ ਰਿਪੀਟ ਕਰਦੇ ਹਾਂ। ਕਦੋਂ ਲਾਂਚ ਹੋਇਆ? ਤਰੀਕ ਵੀ ਤੁਹਾਡੇ ਯਾਦ ਹੋਵੇ, ਇੰਪੋਰਟੈਂਟ ਹੈ। 14 ਜੁਲਾਈ 2023। ਕਿੱਥੇ? ਮੂਨ ਨੂੰ ਸਟੱਡੀ ਕਰਨ ਵਾਸਤੇ। ਕਿੱਥੋਂ? ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ, ਆਂਧਰਾ ਪ੍ਰਦੇਸ਼। ਕਿੱਥੇ ਲੈਂਡ ਕਰੂਗਾ? ਸਾਊਥ ਪੋਲ ਦੇ। ਰੋਕਟ ਕਿਹੜਾ ਯੂਜ਼ ਕੀਤਾ? LV-M3M4 ਰੋਕਟ। ਲੈਂਡਰ ਕਿਹੜਾ? ਇਹ 'ਚ ਵਿਕਰਮ। ਰੋਵਰ ਕਿਹੜਾ? ਪ੍ਰਗਿਆਨ। ਹੁਣ ਆਪਾਂ ਜੇ ਗੱਲ ਕਰੀਏ ਚੰਦਰਯਾਨ 1, 2, 3 ਦੀ। ਚੰਦਰਯਾਨ 1 2008 'ਚ ਲਾਂਚ ਕੀਤਾ ਸੀ ਆਪਾਂ ਨੇ। ਬਹੁਤ ਇੰਪੋਰਟੈਂਟ ਮਿਸ਼ਨ ਸੀ। ਇਹਨੇ ਇਹ ਚੀਜ਼ ਸਿੱਧ ਕੀਤੀ ਸੀ ਵੀ ਕਿਤੇ ਨਾ ਕਿਤੇ ਚੰਦ 'ਤੇ ਪਾਣੀ ਹੁੰਦਾ ਸੀ। ਚੰਦਰਯਾਨ 2 ਆਪਾਂ ਨੇ ਹੁਣੀ ਜੇ ਪਿੱਛੇ ਲਾਂਚ ਕੀਤਾ ਸੀ। ਬਸ ਇਹਦਾ ਮਤਲਬ ਜਿਹੜਾ ਔਰਬਿਟਲ ਹੈ ਉਹ ਤਾਂ ਘੁੰਮ ਰਿਹਾ ਸੀ, ਪਰ ਜਿਹੜਾ ਜਮਾ ਨੇੜੇ ਜੇ ਆ ਕੇ ਜਿਹੜਾ ਇਹ ਮਿਸ਼ਨ ਹੈ ਥੋੜ੍ਹਾ ਜਿਹਾ ਫੇਲ ਹੋ ਗਿਆ ਸੀ। ਠੀਕ ਹੈ, ਆਪਣਾ ਲੈਂਡ ਨਹੀਂ ਕੀਤਾ ਸੀਗਾ। ਠੀਕ ਹੈ, ਚੰਦਰਯਾਨ 2 2019 'ਚ ਲਾਂਚ ਕੀਤਾ ਸੀ, ਇਹ 22 ਜੁਲਾਈ 2019। ਅਤੇ ਚੰਦਰਯਾਨ 3 14 ਜੁਲਾਈ 2023। ਠੀਕ ਹੈ, ਦੋ ਤਾਂ ਦੇਖੋ ਜੁਲਾਈ 'ਚ ਹੀ ਯਾਦ ਹੈ ਨਾ, ਜੁਲਾਈ 'ਚ ਹੀ ਆਪਣੇ ਕੋਲ ਇੱਕ ਤਰ੍ਹਾਂ ਦੇ ਲਾਂਚ ਕੀਤੇ ਸੀ। ਇੱਕ 22 ਜੁਲਾਈ 2019 ਅਤੇ ਹੁਣ ਵਾਲਾ 14 ਜੁਲਾਈ 2023। ਤਾਂ ਤੁਸੀਂ ਫੋਟੋ ਸਾਰਿਆਂ ਨੇ ਦੇਖੀ ਹੋਊਗੀ, ਉਮੀਦ ਕਰਦਾ ਲਾਂਚ। ਦੇਖੋ ਆਹ ਰੇ ਲਾਂਚ ਕਰੂਗਾ ਇਹ। ਠੀਕ ਹੈ, ਲੂਨਰ ਸਾਈਟ ਨੀਅਰ ਸਾਊਥ ਪੋਲ। ਲੈਂਡਿੰਗ ਸਾਈਟ ਕਿਹੜੀ ਹੈ ਇਹਦੀ? ਨੀਅਰ ਸਾਊਥ ਪੋਲ। ਲੈਂਡ ਆਪਣਾ ਕੋਲ ਉਹ ਕਿਹੜਾ ਇਹਦੇ ਵਿੱਚ ਜਿਹੜਾ ਰੋਬਰ ਯੂਜ਼ ਕੀਤਾ? ਕਿਹੜਾ? ਵਿਕਰਮ। ਸੌਰੀ, ਆਪਣੇ ਕੋਲ ਉਹ ਤਾਂ ਲੈਂਡਰ ਹੈ ਨਾ, ਵਿਕਰਮ। ਠੀਕ ਹੈ, ਆ ਵਿਕਰਮ ਲੈਂਡਰ ਹੈ, ਅਤੇ ਆਪਣੇ ਕੋਲ ਰੋਬਰ ਕਿਹੜਾ ਹੈ? ਪ੍ਰਗਿਆਨ। ਠੀਕ ਹੈ, ਉਰੇ ਜੇ ਹੋਊਗਾ ਆਹ ਸੀ, ਦੇਖੋ ਪ੍ਰਗਿਆਨ ਰੋਬਰ। ਆ ਇਹਦੇ 6 ਟਾਇਰ ਨੇ, ਅਤੇ ਇਹ ਕੀ ਕਰੂਗਾ? ਉੱਤੇ ਇਹਦੇ ਉੱਪਰ ਜਿਹੜਾ ਇਸਰੋ ਦੇ ਵੀ ਨਿਸ਼ਾਨ ਨੇ, ਅਤੇ ਆਪਣੇ ਕੋਲ ਉਹਦੇ ਵੀ ਇੰਡੀਆ ਦਾ ਐਂਬਲਮ ਵੀ। ਠੀਕ ਹੈ, ਤਾਂ ਜਿਹੜਾ ਰੋਕਟ ਹੈ ਉਹ ਕਿਹੜਾ ਯੂਜ਼ ਕੀਤਾ ਗਿਆ? LV-M3M4 ਲਾਂਚ ਵਹੀਕਲ ਮਾਰਕ 3। ਇਹਦੇ ਵਿੱਚ 2 ਸੋਲਿਡ ਫਿਊਲ ਸਟਰੈਪ ਬੂਸਟਰ ਨੇ, ਇੱਕ ਲਿਕੁਇਡ ਫਿਊਲ ਹੈ। ਠੀਕ ਹੈ, ਮਤਲਬ 2 ਸੋਲਿਡ ਫਿਊਲ ਨੇ, ਇੱਕ ਲਿਕੁਇਡ ਫਿਊਲ ਹੈ। ਠੀਕ ਹੈ, ਅਤੇ ਓਵਰਆਲ ਇਹਦੀ ਲੈਂਥ ਆਪਣੇ ਕੋਲ ਇਹ ਯਾਦ ਕਰਨ ਦੀ ਲੋੜ ਨਹੀਂ, 43.5 ਮੀਟਰ। ਠੀਕ ਹੈ, ਤਾਂ ਇਹਦੇ ਬਾਰੇ ਜਿੰਨਾ ਕਿ ਇੰਪੋਰਟੈਂਟ ਸੀ ਉਸ ਨੂੰ ਮੈਂ ਦੱਸਦਾ। ਅੱਗੇ ਆ ਗਿਆ ਆਪਣੇ ਕੋਲ WIPL ਵੂਮੈਨ ਇੰਡੀਅਨ ਪ੍ਰੀਮੀਅਰ ਲੀਗ। ਵੂਮੈਨਸ ਦਾ ਪਹਿਲੀ IPL ਹੋਇਆ ਸੀ ਇੱਕ ਤਰ੍ਹਾਂ ਦਾ, ਪਹਿਲੀ ਵਾਰੀ ਹੋਇਆ ਵੂਮੈਨਸ ਦਾ IPL। ਜਿੱਤਿਆ ਕੌਣ ਹੈ? ਮੁੰਬਈ ਇੰਡੀਅਨਸ ਜਿੱਤੀ ਹੈ। ਇਹਨਾਂ ਦੀ ਕਪਤਾਨ ਕੌਣ ਸੀ? ਹਰਮਨਪ੍ਰੀਤ ਕੌਰ। ਠੀਕ ਹੈ, ਇਹਨਾਂ ਦੀ ਕਪਤਾਨ ਕੌਣ ਸੀ? ਹਰਮਨਪ੍ਰੀਤ ਕੌਰ। ਤਾਂ ਇਹ ਵੂਮੈਨਸ ਦਾ ਫਸਟ ਐਡੀਸ਼ਨ ਸੀ, ਵੂਮੈਨਸ ਦਾ IPL ਦਾ। ਮੈਨਸ ਦਾ ਤਾਂ ਦੇਖੋ IPL ਕਾਫੀ ਟਾਈਮ ਤੋਂ ਹੋਇਆ, ਵੂਮੈਨਸ ਦਾ ਇਹ ਫਸਟ ਐਡੀਸ਼ਨ ਸੀ। ਅਤੇ ਉਹਨਾਂ ਦਾ ਫਾਈਨਲ ਮੈਚ ਕਿਹਦੇ ਨਾਲ ਸੀ? ਦਿੱਲੀ ਕੈਪੀਟਲਸ ਨਾਲ। ਪਲੇਅਰ ਆਫ ਦਾ ਮੈਚ, ਮਤਲਬ ਜਿਹੜਾ ਫਾਈਨਲ ਮੈਚ ਸੀ, ਫਾਈਨਲ ਮੈਚ 'ਚ ਪਲੇਅਰ ਆਫ ਦਾ ਮੈਚ ਕਿਹਨੂੰ ਚੁਣਿਆ ਗਿਆ? ਨੈਟ ਸਕੇਅਰ ਬਰੰਟ। ਅਤੇ ਪਲੇਅਰ ਆਫ ਦਾ ਟੂਰਨਾਮੈਂਟ, ਇਹ ਜ਼ਿਆਦਾ ਇੰਪੋਰਟੈਂਟ ਹੈ। ਪਲੇਅਰ ਆਫ ਦਾ ਟੂਰਨਾਮੈਂਟ ਕੌਣ ਸੀ? ਆਸ਼ਲੇ ਗਾਰਡਨਰ ਵੂਮੈਨ IPL ਦੇ ਵਿੱਚ। ਠੀਕ ਹੈ,
ਅੱਗੇ ਆ ਗਿਆ ਆਪਣੇ ਕੋਲ ਮੈਨਸ ਦਾ IPL। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਨਾ ਵੀ ਮੈਨਸ ਦਾ IPL ਕੌਣ ਜਿੱਤਿਆ ਹੈ। ਪਹਿਲਾਂ ਤਾਂ ਇਹ ਕਿੰਨਵਾਂ ਐਡੀਸ਼ਨ ਦੀ ਆਪਾਂ ਹੀ ਦੇਖ ਲਓ। ਇਹ 16th ਐਡੀਸ਼ਨ ਸੀ, ਯਾਦ ਕਰਿਓ ਕਿੰਨਵਾਂ ਐਡੀਸ਼ਨ ਸੀ ਇਹ, 16ਵਾਂ ਐਡੀਸ਼ਨ ਸੀ। ਜਿੱਤਿਆ ਕੌਣ ਹੈ? ਚੇਨਈ ਸੁਪਰ ਕਿੰਗਸ ਜਿੱਤੇ ਨੇ। ਇਹ ਆਪਦਾ 5ਵਾਂ ਟਾਈਟਲ ਜਿੱਤ ਗਏ, ਠੀਕ ਹੈ। ਮੁੰਬਈ ਵੀ 5 ਵਾਰੀ ਜਿੱਤੀ ਹੈ, ਚੇਨਈ ਵੀ 5 ਵਾਰੀ ਜਿੱਤੀ ਹੈ, ਸਭ ਤੋਂ ਵੱਧ ਵਾਰੀ। ਫਾਈਨਲ ਮੈਚ ਇਹਨਾਂ ਨਾਲ ਕਿਹਦੇ ਨਾਲ ਸੀ? ਗੁਜਰਾਤ ਨਾਲ। ਪਿਛਲੀ ਵਾਰ ਦੇ 2022 ਦੇ ਚੈਂਪੀਅਨ ਗੁਜਰਾਤ ਸੀ। 23 'ਚੋਂ ਫਾਈਨਲ ਤੱਕ ਤਾਂ ਪਹੁੰਚ ਗਏ, ਪਰ ਤੇ ਇਹਦਾ ਜਿਹੜਾ ਫਾਈਨਲ ਮੈਚ ਸੀ ਉਹ 'ਚ ਪਲੇਅਰ ਆਫ ਦਾ ਮੈਚ ਕੌਣ ਬਣਿਆ ਸੀ? ਡੇਵਨ ਕੌਨਵੇ, ਜਿਹੜਾ ਫਾਈਨਲ ਮੈਚ ਸੀ, ਠੀਕ ਹੈ। ਪਰ ਆਹ ਜ਼ਿਆਦਾ ਇੰਪੋਰਟੈਂਟ ਹੈ, ਪਲੇਅਰ ਆਫ ਦਾ ਟੂਰਨਾਮੈਂਟ ਜਿਹਨੇ ਸਾਰੇ ਟੂਰਨਾਮੈਂਟ 'ਚ ਵਧੀਆ ਪ੍ਰਦਰਸ਼ਨ ਕੀਤਾ ਉਹ ਸੀ ਆਪਣੇ ਕੋਲ ਸ਼ੁਭਮਨ ਗਿੱਲ, ਗੁਜਰਾਤ ਦਾ ਖਿਡਾਰੀ ਸੀ। ਆਹ ਡੇਵਨ ਕੌਨਵੇ ਚੇਨਈ ਦਾ ਸੀ, ਜਿਹੜੇ ਜਿੱਤੇ ਸੀ ਫਾਈਨਲ 'ਚ। ਚੇਨਈ ਵਧੀਆ ਖੇਡੀ ਸੀ। ਕਿੰਨੀਆਂ ਟੀਮਾਂ ਖੇਡੀਆਂ ਸੀ ਇਸ ਵਾਰੀ? 10 ਟੀਮਾਂ ਖੇਡੀਆਂ ਸੀ, ਠੀਕ ਹੈ। 10 ਟੀਮਸ ਨੇ ਪਾਰਟੀਸਪੇਟ ਕੀਤਾ ਸੀਗਾ। ਪਿਛਲੇ ਵਾਰੀ ਵੀ 2 ਨਵੀਆਂ ਟੀਮਾਂ ਆ ਗਈਆਂ ਸੀ ਆਪਣੇ ਕੋਲ। ਔਰੇਂਜ ਕੈਪ, ਜਿਹੜਾ ਸਭ ਤੋਂ ਵੱਧ ਰਨ ਬਣਾਵੇ ਉਹਨੂੰ ਔਰੇਂਜ ਕੈਪ ਦਿੱਤੀ ਜਾਂਦੀ ਹੈ। ਸੁਣਾਖਿਆ ਸਭ ਤੋਂ ਵਧੀਆ ਖੇਡਿਆ ਸੀ ਸ਼ੁਭਮਨ ਗਿੱਲ ਸਾਰਾ ਟੂਰਨਾਮੈਂਟ, ਤਾਂ ਸਭ ਤੋਂ ਵੱਧ ਰਨ ਵੀ ਕਿਹਦੇ ਨੇ? ਸ਼ੁਭਮਨ ਗਿੱਲ ਦੇ। ਪਰਪਲ ਕੈਪ ਦਿੱਤੀ ਜਾਂਦੀ ਹੈ ਜਿਹਨੇ ਸਭ ਤੋਂ ਵੱਧ ਵਿਕਟਾਂ ਲਿੱਤੀਆਂ ਹੁਣ, ਉਹ ਸੀ ਮੁਹੰਮਦ ਸ਼ਮੀ ਨੇ। ਇਹ ਗੁਜਰਾਤ ਦੇ ਖਿਡਾਰੀ ਨੇ ਦੋਨੇ, ਸ਼ੁਭਮਨ ਗਿੱਲ ਵੀ ਅਤੇ ਮੁਹੰਮਦ ਸ਼ਮੀ ਵੀ। ਸਭ ਤੋਂ ਵੱਧ ਬੌਲਿੰਗ, ਵਧੀਆ ਘੈਂਟ ਬੌਲਿੰਗ ਕੀਤੀ ਸੀ ਸ਼ਮੀ ਨੇ, ਸਭ ਤੋਂ ਵਧੀਆ ਬੈਟਿੰਗ ਕੀਤੀ ਸੀ ਸ਼ੁਭਮਨ ਗਿੱਲ ਨੇ ਸਾਰੇ ਟੂਰਨਾਮੈਂਟ। ਫਾਸਟੈਸਟ 50, ਇਹ ਵੀ ਇੰਪੋਰਟੈਂਟ ਹੈ। ਹੁਣ ਤੱਕ ਦੇ ਜਿੰਨੇ ਵੀ IPL ਹੋਏ ਨੇ ਸਭ ਤੋਂ ਫਾਸਟੈਸਟ 50 ਹੈ ਤੇਜਸਵੀ ਜੈਸਵਾਲ ਦੀ। ਕਿੰਨੀਆਂ ਗੇਂਦਾਂ 'ਚ? 13 ਬੋਲਾਂ 'ਚ। ਜੈਸਵਾਲ ਨੇ 13 ਬੋਲਾਂ 'ਚ ਆਪਣੇ ਕੋਲੇ ਫਾਸਟੈਸਟ 50 ਬਣਾਤੀ, ਠੀਕ ਹੈ। ਤਾਂ ਬਸ ਇਹਨੂੰ ਐਂ ਯਾਦ ਕਰ ਲਓ ਵੀ ਫਾਸਟੈਸਟ 50 ਵੀ ਘੱਟ ਬੋਲਾਂ 'ਚ ਬਣਾਈ ਹੋਊਗੀ, ਤਾਂ ਨਾ ਵੀ ਬੋਲ ਜੈਸਵਾਲ, ਠੀਕ ਹੈ। ਤੇਜਸਵੀ ਜੈਸਵਾਲ। ਮੋਸਟ ਵੈਲਿਊਏਬਲ ਪਲੇਅਰ ਤੁਹਾਨੂੰ ਦੁਬਾਰੇ ਸੁਣਾਖਿਆ ਵੀ ਸਭ ਤੋਂ ਵਧੀਆ ਜਿਹੜਾ ਜਿਹਤੇ ਰੁਪਏ ਲਾਏ ਦਾ ਮੁੱਲ ਮੁੜਿਆ, ਸੁਣਾਖਿਆ ਸਭ ਤੋਂ ਵਧੀਆ ਖੇਡਿਆ ਸ਼ੁਭਮਨ ਗਿੱਲ। ਅਮਰਜਿੰਗ ਪਲੇਅਰ ਜੈਸਵਾਲ, ਠੀਕ ਹੈ। ਜਿਹੜੇ ਨਵੇਂ ਖਿਡਾਰੀਆਂ 'ਚੋਂ ਉਹਨਾਂ 'ਚੋਂ ਅਮਰਜਿੰਗ ਪਲੇਅਰ ਕਿਹੜਾ? ਜੈਸਵਾਲ। ਸਪੋਂਸਰ ਕਿਹੜਾ ਸੀ? ਕਿਹਨੇ ਇਹ ਟੂਰਨਾਮੈਂਟ ਜਿਹੜਾ ਸਾਰਾ ਸਪੋਂਸਰ ਕੀਤਾ ਸੀ? ਟਾਟਾ IPL। ਤਾਂ ਬਾਰ-ਬਾਰ ਮਸ਼ਹੂਰੀਆਂ ਜਾਂਦੀਆਂ ਸੀ, ਟਾਟਾ IPL ਕਹਿੰਦੇ ਸੀ, ਠੀਕ ਹੈ। ਦੁਬਾਰੇ IPL 2023 16ਵਾਂ ਐਡੀਸ਼ਨ ਸੀ, ਚੇਨਈ ਜਿੱਤੀ ਹੈ। ਪਲੇਅਰ ਆਫ ਦਾ ਮੈਚ ਕੌਨਵੇ। ਫਾਈਨਲ ਮੈਚ ਦਾ ਟੂਰਨਾਮੈਂਟ ਦਾ ਸ਼ੁਭਮਨ ਗਿੱਲ, ਜਿਹੜਾ ਸਾਰਾ ਟੂਰਨਾਮੈਂਟ ਵਧੀਆ ਖੇਡਿਆ। ਟੋਟਲ 10 ਟੀਮਾਂ ਸੀ। ਔਰੇਂਜ ਕੈਪ ਇਹ ਵੀ ਇੰਪੋਰਟੈਂਟ ਹੈ, ਅਤੇ ਪਰਪਲ ਕੈਪ ਇਹ ਵੀ ਇੰਪੋਰਟੈਂਟ ਹੈ। ਔਰੇਂਜ ਕੈਪ ਮਿਲੀ ਹੈ ਸ਼ੁਭਮਨ ਗਿੱਲ ਨੂੰ, ਪਰਪਲ ਕੈਪ ਸ਼ਮੀ ਨੂੰ। ਫਾਸਟੈਸਟ 50 ਜੈਸਵਾਲ, ਮੋਸਟ ਵੈਲਿਊਏਬਲ ਪਲੇਅਰ ਜੈਸਵਾਲ, ਐਮਰਜਿੰਗ ਪਲੇਅਰ ਜੈਸਵਾਲ, ਅਤੇ ਸਪੋਂਸਰ ਕਿਹੜਾ ਸੀ ਆਪਣੇ ਕੋਲੇ? ਟਾਟਾ। ਕਲੀਅਰ ਹੈ। ਤਾਂ ਉਮੀਦ ਕਰਦਾ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਤਾਂ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤਾਂ ਬਹੁਤ ਜਲਦ ਮਿਲਦੇ ਹਾਂ ਨੈਕਸਟ ਪਾਰਟ ਦੇ ਨਾਲ। ਥੈਂਕ ਯੂ, ਹੈਵ ਅ ਨਾਈਸ ਡੇ।